ਸਾਨੂੰ ਇਹ ਲੱਗ ਰਿਹਾ ਕਿ ਫਿਰ ਮੁੜ ਕੇ ਦੇਸ਼ ਨੂੰ 5000 ਸਾਲ ਪਿੱਛੇ ਲਿਜਾਣ ਦੀ ਕੋਸ਼ਿਸ਼ ਹੋ ਰਹੀ ਆ। ਔਰ ਇਹਨਾਂ ਦੇ ਹੀ ਆਪਣੇ ਲੀਡਰਾਂ ਨੇ ਇਹ ਗੱਲ ਕਹੀ ਸੀ ਕਿ 24 ਦਾ ਜਿਹੜਾ ਆਖਰੀ ਇਲੈਕਸ਼ਨ ਹੋਏਗਾ ਉਸ ਤੋਂ ਬਾਅਦ ਇਲੈਕਸ਼ਨ ਨਹੀਂ ਹੋਏਗਾ। ਇਸ ਕਰਕੇ ਮੈਨੂੰ ਇਹ ਲੱਗਦਾ ਕਿ ਇਹ ਹੌਲੀ ਹੌਲੀ ਇਹਨਾਂ ਨੇ ਉਸ ਚੀਜ਼ ਵੱਲ ਵਧਣਾ ਸ਼ੁਰੂ ਕਰ ਦਿੱਤਾ ਹੈ। ਅਤੇ ਮੈਨੂੰ ਲੱਗਦਾ ਕਿਸਾਨ ਇੱਕ ਰਹਿੰਦਾ ਸੀ ਵੇਚਣ ਵਾਲਾ, ਉਹ ਇਹਨਾਂ ਨੇ ਵੇਚ ਕੇ ਸੰਕੇਤ ਦੇ ਦਿੱਤਾ ਕਿ ਅਸੀਂ 5000 ਸਾਲ ਵਾਲੀ ਪਹਿਲੀ ਵਿਵਸਥਾ ਜਿਹੜੀ ਆ ਉਹਨੂੰ ਕਾਇਮ ਕਰਕੇ ਸਿਰਫ ਇਸ ਦੇਸ਼ ਦੇ ਵਿੱਚ ਜਿਹੜੀ ਆ ਬ੍ਰਾਹਮਣ ਰਾਸ਼ਟਰ ਜਿਹੜਾ ਆ ਉਹ ਸਥਾਪਿਤ ਕੀਤਾ ਜਾਏਗਾ। ਹੁਣ ਤਾਂ ਹਰਸਿਮਰਤ ਬਾਦਲ ਨੇ ਅਸਤੀਫਾ ਦੇ ਦਿੱਤਾ, ਉਹ ਕਹਿੰਦੇ ਸੀ ਕੁਰਬਾਨੀ ਦਿਆਂਗੇ। ਮੈਨੂੰ ਲੱਗਦਾ ਕਿ ਬੜੀ ਵੱਡੀ ਕੁਰਬਾਨੀ ਦੇਤੀ ਉਹਨਾਂ ਨੇ। ਤੁਹਾਨੂੰ ਲੱਗਦਾ ਕਿ ਪੰਜਾਬ ਦੇ ਲੋਕਾਂ ਨੂੰ ਉਹਨਾਂ ਦੀਆਂ ਗੱਲਾਂ 'ਚ ਆ ਜਾਣਾ ਚਾਹੀਦਾ ਜਾਂ ਆ ਜਾਣਗੇ? ਮੈਂ ਇੱਕ ਗੱਲ ਕਹਿਣਾ ਚਾਹੁੰਦਾ ਕਿ ਇਹਦੇ ਲਈ ਮੇਰੀ ਇੱਕ ਬੇਨਤੀ ਆ ਕਿ ਇਸ ਵੇਲੇ ਇਸ ਅੰਦੋਲਨ ਵਿੱਚ ਸਾਰਿਆਂ ਦੀ ਸਾਨੂੰ ਲੋੜ ਆ। ਮੈਂ ਪਹਿਲਾਂ ਵੀ ਕਹਿ ਕੇ ਹਟਿਆ ਵੀ ਜਿੰਨੇ ਨਾਲੇ ਕਹਿੰਦੇ ਨੇ ਇਹ ਗੱਦਾਰੀਆਂ ਕਰਦੇ ਰਹੇ ਆ, ਉਹਨਾਂ ਨਾਲ ਇਹਨਾਂ ਦੀ ਵੀ ਲੋੜ ਆ, ਗੱਦਾਰਾਂ ਦੀ ਵੀ ਲੋੜ ਆ। ਫਿਰ ਤੁਹਾਨੂੰ ਨਹੀਂ, ਦੇਖੋ ਕਹਿੰਦੇ ਹੁੰਦਾ ਸਵੇਰ ਦਾ ਭੁੱਲਿਆ ਸ਼ਾਮ ਨੂੰ ਵਾਪਸ ਆ ਜਾਏ, ਉਹਨੂੰ ਆਪਾਂ ਭੁੱਲਿਆ ਨਹੀਂ ਕਹਿੰਦੇ। ਸ਼ਾਮ ਨੂੰ ਹੁਣ ਜੇ ਤਾਂ 11-12 ਵਜੇ ਆ ਜਾਵੇ ਫਿਰ ਤਾਂ ਚਲੋ ਠੀਕ ਆ, ਹੁਣ ਜੇ ਹਨੇਰੇ ਹੋਏ ਆਵੇ ਤਾਂ ਮੁੜ ਕੇ ਫਿਰ ਤਾਂ ਲਾਰੈਂਸ ਚੌਧਰੀ ਹੁਣਾਂ ਨੇ ਤੁਹਾਨੂੰ ਸਾਰੀ ਡਿਟੇਲ ਦੇ ਵਿੱਚ ਸਾਰੀ ਗੱਲਬਾਤ ਦੱਸ ਦਿੱਤੀ ਆ। ਲੇਕਿਨ ਮੈਂ ਇੱਕ ਦੋ ਗੱਲਾਂ ਜਿਹੜੀਆਂ ਮੈਂ ਇੱਥੇ ਦੱਸਣੀਆਂ ਤੁਹਾਨੂੰ ਚਾਹੁੰਦਾ ਆ ਕਿ ਬਈ ਜਿਹੜੀ ਇਹ ਤਾਨਾਸ਼ਾਹੀ ਜਿਹੜਾ ਰਵੱਈਆ ਆ ਬੀਜੇਪੀ ਦਾ, ਇਹਦੀ ਹੈਂਕੜਬਾਜ਼ੀ ਜਿਹੜੀ ਆ ਲੋਕ ਆ ਉਹ ਲੋਕਾਂ ਦੀ ਇੱਕ ਮੁੱਠਤਾ ਦੇ ਨਾਲ ਉਹ ਟੁੱਟੂਗੀ। ਜਿਹੜਾ ਬਾਦਲ ਪਿਛਲੇ ਲੰਮੇ ਸਮੇਂ ਤੋਂ ਇਸ ਹੰਕਾਰ ਦੇ ਵਿੱਚ ਸੀਗਾ, ਬੀਜੇਪੀ ਦੀ ਜਿਹੜੀ ਉਹਨਾਂ ਨੂੰ ਛਹਿ ਸੀਗੀ ਕਿ ਵੀ ਉਹ ਲੰਮੇ ਸਮੇਂ ਤੋਂ ਉਹਨਾਂ ਨਾਲ ਗੱਠਜੋੜ ਲੈ ਕੇ ਤੁਰਿਆ ਹੋਇਆ ਸੀਗਾ ਅਤੇ ਉਹਨੂੰ ਮਜਬੂਰ ਹੋਣਾ ਪਿਆ ਅੱਜ ਲੋਕ ਰੋਹ ਦੇ ਮੂਹਰੇ। ਅਤੇ ਆਉਣ ਵਾਲੇ ਸਮੇਂ 'ਤੇ ਇਹ ਜਿਹੜਾ ਲੋਕਾਂ ਦਾ ਜਿਹੜਾ ਰੋਹ ਆ ਉਹ ਹੋਰ ਬਹੁਤ ਤਿੱਖਾ ਹੋਣ ਜਾ ਰਿਹਾ ਆ। ਅਤੇ ਲੋਕ ਜਿਹੜੇ ਜੇ ਮੁਗਲ ਸ਼ਾਸਕ ਜਿਹੜੇ ਸੀਗੇ ਲੋਕਾਂ 'ਤੇ ਅਤਿਆਚਾਰ ਕਰਦੇ ਸੀ, ਉਹਨਾਂ ਦਾ ਉਖਾੜ ਦਿੱਤਾ ਸੀਗਾ ਰਾਜ। ਅੰਗਰੇਜ਼ਾਂ ਦਾ ਉਖਾੜ ਦਿੱਤਾ ਇੱਥੇ ਲੋਕਾਂ ਦੀ ਇੱਕ ਮੁਰਤਾ ਦੇ ਨਾਲ। ਅਤੇ ਸਾਡਾ ਪੂਰਾ ਯਕੀਨ ਆ ਕਿ ਬਈ ਜਿਸ ਤਰੀਕੇ ਦੇ ਨਾਲ ਸਾਡਾ ਸਿੱਖ ਮੁਸਲਿਮ ਦਲਿਤ ਈਸਾਈ ਸਾਂਝਾ ਫਰੰਟ ਜਿਹੜਾ ਹੈਗਾ ਆ, ਜਿਸ ਤਰੀਕੇ ਨਾਲ ਇੱਥੇ ਭਾਈਚਾਰਕ ਜਿਹੜੀ ਸਾਂਝ ਜਿਹੜੀ ਸਾਡੀ ਬਣੀ ਆ, ਇਸੇ ਤਰੀਕੇ ਦੇ ਨਾਲ ਇਹ ਜਿਹੜੀ ਸਾਂਝ ਪੂਰੇ ਦੇਸ਼ ਦੇ ਅੰਦਰ ਇਸ ਤਾਨਾਸ਼ਾਹੀ ਰਵੱਈਏ ਨੂੰ ਬਿਲਕੁਲ ਜੜੋਂ ਉਖਾੜ ਸੁੱਟਣਗੇ। ਜਿੱਥੇ ਸਾਡੇ ਕਿਸਾਨਾਂ ਦੀ ਅੱਜ ਜਿਹੜੀ ਇਹੋ ਦੁੱਖ ਦਰਦ ਜਿਹੜਾ ਹੈਗਾ ਆ ਉਹ ਸਾਰੇ ਲੋਕਾਂ ਦੇ ਨਾਲ ਜੁੜਿਆ ਹੋਇਆ, ਉੱਥੇ ਇਹ ਲੋਕ ਭੁੱਲ ਜਾਣ। ਜਿੱਥੇ ਜੈ ਜਵਾਨ ਆ ਅਤੇ ਜੈ ਕਿਸਾਨ ਦੀ ਆਉਂਦੀ, ਉੱਥੇ ਜੈ ਜਵਾਨ ਦੀ ਵੀ ਗੱਲ ਆਉਂਦੀ ਆ। ਅਤੇ ਜੈ ਜਵਾਨ ਜਿਹੜੇ ਉਹ ਸਾਡੇ ਪੁੱਤਰ ਆ। ਜਿਸ ਦਿਨ ਸਾਡੇ ਪੁੱਤਰਾਂ ਨੂੰ ਅਹਿਸਾਸ ਹੋ ਗਿਆ ਕਿ ਵੀ ਸਾਡੇ ਨਾਲ ਇਹ ਲੋਕਾਂ ਦੇ ਨਾਲ ਜ਼ਬਰ ਕਰ ਰਹੇ ਆ, ਧੱਕਾ ਕਰ ਰਹੇ ਆ, ਅਤੇ ਉਹ ਬੇਅੰਤ ਸਿੰਘ ਆਪਣਾ ਉਹ ਹਾਲ ਦੇ ਲਵੇ ਅਤੇ ਮੋਦੀ ਦਾ ਵੀ ਇਹੋ ਹੀ ਹਾਲ ਇੱਕ ਦਿਨ ਹੋ ਜਾਣਾ। ਅਤੇ ਇਹਦੇ ਤੋਂ ਪਹਿਲਾਂ ਕਿ ਵੀ ਇਹੋ ਜਿਹੀ ਸਥਿਤੀ ਹੋਵੇ, ਬੀਜੇਪੀ ਨੂੰ ਬਿਲਕੁਲ ਵਿਡਰਾ ਕਰਨਾ ਚਾਹੀਦਾ ਇਹ ਜਿਹੜਾ ਸਾਰਾ ਕੁਛ ਜਿਹੜਾ ਤਾਨਾਸ਼ਾਹੀ ਰਵੱਈਆ। ਪਰ ਤੁਸੀਂ ਕਹਿੰਦੇ ਕਿ ਉਹ ਮੁਗਲਾਂ ਦਾ ਰਾਜ ਉਖਾੜਤਾ ਸੀ, ਉਸ ਵੇਲੇ ਤਾਂ ਤਲਵਾਰ ਦੇ ਜ਼ੋਰ ਨਾਲ ਉਖਾੜਿਆ ਗਿਆ ਸੀ ਨੇ, ਹੁਣ ਤਾਂ ਵੋਟਾਂ ਦੇ ਜ਼ੋਰ 'ਤੇ ਆ ਸਾਰਾ ਕੁਛ। ਕੋਈ ਗੱਲ ਨਹੀਂ, ਵੋਟਾਂ ਦੇ ਉਹ ਵੀ ਇੱਕ ਵੱਖਰੇ ਤੌਰ 'ਤੇ ਲੜਾਈ ਜਿਹੜੀ ਉਹ ਚੱਲ ਰਹੀ ਆ, ਜਿਹੜੀ ਇਸ ਦੇ ਵਿੱਚ 65 ਵੋਟਾਂ ਇੱਕ ਪਾਸੇ ਹੁੰਦੀਆਂ, 35 ਇੱਕ ਪਾਸੇ ਹੁੰਦੀਆਂ, ਉਹ ਜਿੱਤ ਜਾਂਦੇ, ਅਗਲੇ ਸਰਕਾਰ ਬਣਾ ਲੈਂਦੇ ਆ। ਨਹੀਂ ਕੋਈ ਗੱਲ ਨਹੀਂ, ਉਹ ਬਹੁਮਤ ਜਿਹੜੇ ਆ ਉਹ ਕਾਂਗਰਸ ਤੋਂ ਵੀ ਆਉਂਦੇ ਰਹੇ ਆ। ਐਡੀ ਕੋਈ ਗੱਲ ਨਹੀਂ, ਲੋਕਾਂ ਨੇ ਕਾਂਗਰਸ ਨੂੰ ਹਾਸ਼ੀਏ 'ਤੇ ਧੱਕ ਦਿੱਤਾ। ਇਹ ਇੱਕ ਦਿਨ ਇੱਦਾਂ ਦਾ ਆਊਗਾ ਕਿ ਵੀ ਇਹ ਵੀ ਪਿੱਛੇ ਧੱਕੇ ਜਾਣਗੇ। ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਜਰਨਲਿਸਟ ਵੀਰਾਂ ਦਾ ਬਹੁਤ ਬਹੁਤ ਹੀ ਧੰਨਵਾਦ ਕਰਦਾ ਕਿ ਤੁਸੀਂ ਬਹੁਤ ਹੀ ਸਾਡੇ ਛੋਟੇ ਨੋਟਿਸ 'ਤੇ ਅੱਜ ਇੱਕ ਜਿਹੜਾ ਕਰੰਟ ਸੈਂਸਿਟਿਵ ਇਸ਼ੂ ਆ ਦੇਸ਼ ਦੇ ਵਿੱਚ ਕਿ ਸਾਰਾ ਕੁਝ ਜਿਹੜਾ ਆ ਵੇਚਿਆ ਜਾ ਰਿਹਾ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ। ਸਿਰਫ ਇੱਕ ਦੇਸ਼ ਦਾ ਕਿਸਾਨ ਹੀ ਬਚਿਆ ਸੀਗਾ, ਉਹ ਵੀ ਜਿਹੜੇ 4 ਬਿੱਲ ਲਿਆ ਕੇ ਖੇਤੀ ਸੁਧਾਰਾਂ ਦੇ ਨਾਂ 'ਤੇ ਉਹਨਾਂ ਨੂੰ ਵੀ ਜਿਹੜਾ ਬਿੱਲ ਪਾਸ ਕਰਕੇ ਵੇਚ ਦਿੱਤਾ ਗਿਆ। ਸੋ ਉਹਦੇ ਲਈ ਪੂਰੇ ਦੇਸ਼ ਦੇ ਵਿੱਚ ਭਾਰੀ ਰੋਸ ਆ। ਲੋਕਾਂ ਨੂੰ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਕਿ ਅਸੀਂ ਆਪਣੇ ਦੇਸ਼ ਦੇ ਵਿੱਚ ਹੀ ਬੇਗਾਨੇ ਹੋ ਕੇ ਦਿਨ ਕੱਟਣੇ ਪੈਣਗੇ ਔਰ ਸਾਨੂੰ ਦਰ ਦੀਆਂ ਠੋਕਰਾਂ ਖਾਣੀਆਂ ਪੈਣਗੀਆਂ ਇਨਸਾਫ ਲੈਣ ਦੇ ਲਈ। ਸੋ ਇਹ ਜਿਹੜਾ ਮਾਹੌਲ ਆ ਉਹਨੂੰ ਅਸੀਂ ਅਬਜ਼ਰਵ ਕਰਦੇ ਹੋਏ, ਮਹਿਸੂਸ ਕਰਦੇ ਹੋਏ ਇਹਨਾਂ ਪੀੜਾਂ ਨੂੰ, ਅਤੇ ਅੱਜ ਇਸ ਜਗ੍ਹਾ 'ਤੇ ਸਿੰਘ ਸਭਾ ਗੁਰਦੁਆਰਾ ਸਾਹਿਬ ਹੁਸ਼ਿਆਰਪੁਰ ਵਿਖੇ ਅੱਜ
ਸਿੱਖ ਦਲਿਤ ਮੁਸਲਿਮ ਤੇ ਈਸਾਈ ਸਾਂਝਾ ਫਰੰਟ ਨੇ ਦੇਸ਼ ਦੀ ਆਵਾਜ਼ ਬਣ ਕੇ ਅੱਜ ਅਸੀਂ ਗੱਲ ਕਰਨੀ ਚਾਹੁੰਦੇ ਹਾਂ ਔਰ ਕੇਂਦਰ ਸਰਕਾਰ ਨੂੰ ਸਵਾਲ ਵੀ ਕਰਨਾ ਚਾਹੁੰਦੇ ਹਾਂ ਔਰ ਉਹਨਾਂ ਨੂੰ ਇਹ ਸਮੱਸਿਆਵਾਂ ਜਿਹੜੀਆਂ ਆਉਣੀਆਂ ਜਿਹਦੇ ਨਾਲ ਦੇਸ਼ ਦੇ ਲੋਕ 90% ਲੋਕ ਪ੍ਰਭਾਵਿਤ ਹੋਣਗੇ ਅਸੀਂ ਉਹ ਵੀ ਦੱਸਣਾ ਚਾਹੁੰਦੇ ਹਾਂ। ਸੋ ਅੱਜ ਸਾਡੇ ਵਿੱਚ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਸਿੱਖ ਦਲਿਤ ਮੁਸਲਿਮ ਈਸਾਈ ਸਾਂਝਾ ਫਰੰਟ ਦੇ ਨਾਲ ਸੰਬੰਧਿਤ ਸਾਰੇ ਸਤਿਕਾਰਯੋਗ ਲੀਡਰ ਇੱਥੇ ਪਹੁੰਚੇ ਨੇ। ਮੈਂ ਉਹਨਾਂ ਸਭਨਾਂ ਦਾ ਇੱਥੇ ਜੀ ਆਖਦਾ, ਵੈਲਕਮ ਕਰਦਾ ਔਰ ਮੈਂ ਅੱਜ ਦੀ ਇਸ ਪ੍ਰੈਸ ਕਾਨਫਰੰਸ ਨੂੰ ਇੱਕ ਨਾਂ ਦੇ ਨਾਲ ਇਹ ਸ਼ੁਰੂ ਕਰਨਾ ਚਾਹੁੰਦਾ ਕਿ ਅਸੀਂ ਪਹਿਲਾਂ ਪੰਜਾਬੀ ਹਾਂ, ਫਿਰ ਅਸੀਂ ਕਿਸਾਨ ਹਾਂ, ਫਿਰ ਅਸੀਂ ਮਜ਼ਦੂਰ ਹਾਂ। ਉਸ ਤੋਂ ਬਾਅਦ ਜਿਹੜੀਆਂ ਬਾਕੀ ਸਾਰੀਆਂ ਗੱਲਾਂ ਉਹ ਸਾਡੇ ਲਈ ਸੈਕੰਡਰੀ ਹੈ। ਤੇ ਅੱਜ ਅਸੀਂ ਇੱਥੇ ਇਕੱਠੇ ਹੋਏ ਹਾਂ ਪੰਜਾਬੀ ਬਣ ਕੇ, ਕਿਸਾਨ ਬਣ ਕੇ ਔਰ ਮਜ਼ਦੂਰ ਬਣ ਕੇ। ਔਰ ਮੈਂ ਇਹ ਗੱਲ ਦੱਸਣਾ ਚਾਹੁੰਦਾ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਕਰੋਨਾ ਵਾਇਰਸ ਦੀ ਆੜ ਹੇਠ ਕਾਰਪੋਰੇਟ ਘਰਾਣਿਆਂ ਨੂੰ ਵੇਚੇ ਜਾ ਰਹੇ ਸਰਕਾਰੀ ਅਦਾਰਿਆਂ ਤੋਂ ਬਾਅਦ ਦੇਸ਼ ਦੇ ਕਿਸਾਨਾਂ ਨੂੰ ਵੀ ਵੇਚਣ ਲਈ ਪਾਸ ਕੀਤੇ ਖੇਤੀ ਸੁਧਾਰ ਬਿੱਲਾਂ ਦਾ ਅੱਜ ਸਿੰਘ ਸਭਾ ਗੁਰਦੁਆਰਾ ਸਾਹਿਬ ਹੁਸ਼ਿਆਰਪੁਰ ਵਿਖੇ ਆਯੋਜਿਤ ਪ੍ਰੈਸ ਕਾਨਫਰੰਸ ਦੌਰਾਨ ਸਿੱਖ ਦਲਿਤ ਮੁਸਲਿਮ ਈਸਾਈ ਸਾਂਝਾ ਫਰੰਟ ਨੇ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਔਰ ਇੱਥੇ ਇਕੱਠੇ ਹੋਏ ਆਗੂਆਂ ਨੇ ਇੱਕ ਸੁਰ ਵਿੱਚ ਕਿਹਾ ਕਿ 85% ਭਾਰਤ ਦੇ ਲੋਕ ਖੇਤੀ ਕਰਦੇ ਹਨ, ਇਸ ਕਰਕੇ ਦੇਸ਼ ਨੂੰ ਖੇਤੀ ਪ੍ਰਧਾਨ ਕਿਹਾ ਜਾਂਦਾ ਹੈ। ਹੁਣ ਜਦ ਕੋਵਿਡ-19 ਕਾਰਨ ਪੂਰੇ ਦੇਸ਼ ਦੀ GDP -24 ਹੈ, ਪਰ ਇਕੱਲੇ ਖੇਤੀ ਸੈਕਟਰ ਵਿੱਚ +4% ਦਾ ਯੋਗਦਾਨ ਦੇਸ਼ ਦੇ ਕਿਸਾਨਾਂ ਦਾ ਹੈ। ਲਾਕਡਾਊਨ ਦੌਰਾਨ ਫੈਕਟਰੀਆਂ, ਲਘੂ ਉਦਯੋਗ ਅਤੇ ਬਾਕੀ ਸਭ ਕੁਝ ਬੰਦ ਸੀ। ਇੱਥੋਂ ਤੱਕ ਕਿ ਲੋਕ ਵੀ ਬਿਮਾਰੀ ਦੇ ਡਰ ਕਾਰਨ ਘਰਾਂ ਵਿੱਚ ਬੰਦ ਸਨ। ਉੱਥੇ ਦੇਸ਼ ਦਾ ਕਿਸਾਨ ਅਤੇ ਮਜ਼ਦੂਰ ਬਿਮਾਰੀ ਦੀ ਪਰਵਾਹ ਕੀਤੇ ਬਿਨਾਂ ਦੇਸ਼ ਵਾਸੀਆਂ ਨੂੰ ਅਨਾਜ ਅਤੇ ਸਬਜ਼ੀਆਂ ਪਹੁੰਚਾ ਰਿਹਾ ਸੀ। ਇਤਿਹਾਸ ਗਵਾਹ ਹੈ, ਜਦ 1965 ਵਿੱਚ ਕਾਲ ਦੀ ਸਥਿਤੀ ਨਾਲ ਜੂਝ ਰਹੇ ਦੇਸ਼ ਨੂੰ ਅਮਰੀਕਾ ਵਰਗੇ ਵੱਡੇ ਦੇਸ਼ਾਂ ਨੇ ਵੀ ਅਨਾਜ ਦੇਣ ਤੋਂ ਨਾ ਕਰ ਦਿੱਤੀ ਸੀ, ਤਾਂ ਉਸ ਵੇਲੇ ਪੰਜਾਬ ਦਾ ਹੀ ਕਿਸਾਨ ਸੀ ਜਿਸ ਨੇ ਦੇਸ਼ ਦੇ ਅਨਾਜ ਭੰਡਾਰ ਨੂੰ ਪੂਰਾ ਕਰਨ ਲਈ ਦਿਨ ਰਾਤ ਇੱਕ ਕੀਤਾ ਸੀ। ਅਤੇ ਉਸ ਵੇਲੇ ਦੇ ਪ੍ਰਧਾਨ ਮੰਤਰੀ ਸ਼੍ਰੀ ਲਾਲ ਬਹਾਦਰ ਸ਼ਾਸਤਰੀ ਜੀ ਨੂੰ ਵੀ ਹਰੀ ਕ੍ਰਾਂਤੀ ਦੇ ਨਾਂ ਹੇਠ ਜੈ ਜਵਾਨ ਜੈ ਕਿਸਾਨ ਦਾ ਨਾਅਰਾ ਦੇ ਕੇ ਕਿਸਾਨਾਂ ਨੂੰ ਇੱਕ ਸਨਮਾਨ ਦਿੱਤਾ ਸੀ। ਦੇਸ਼ ਦਾ ਢਿੱਡ ਭਰਨ ਵਿੱਚ ਪੰਜਾਬ ਦੇ ਕਿਸਾਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ। ਪਰ ਬੜੇ ਅਫਸੋਸ ਦੀ ਗੱਲ ਹੈ ਕਿ ਇਸ ਵੇਲੇ ਪੂਰੇ ਭਾਰਤ ਵਿੱਚ ਪੰਜਾਬ ਦੇ ਕਿਸਾਨਾਂ ਦੀ ਬਹੁਤ ਮਾੜੀ ਹਾਲਤ ਹੈ। ਮੋਦੀ ਸਰਕਾਰ ਨੂੰ ਚਾਹੀਦਾ ਸੀ ਕਿ ਖੁਦਕੁਸ਼ੀਆਂ ਕਰ ਰਹੇ ਕਿਸਾਨਾਂ ਨੂੰ ਰਾਹਤ ਦੇਣ ਦੇ ਲਈ ਉਹਨਾਂ ਦੇ ਕਰਜ਼ੇ ਮਾਫ ਕਰ ਦੇ ਤਾਂ ਕਿ ਕਿਸਾਨ ਖੁਸ਼ਹਾਲ ਹੁੰਦਾ। ਪਰ ਕਾਲੇ ਕਾਨੂੰਨ ਲਿਆ ਕੇ ਕੇਂਦਰ ਸਰਕਾਰ ਨੇ ਉਸ ਦੇ ਜ਼ਖਮਾਂ 'ਤੇ ਲੂਣ ਛਿੜਕਣ ਵਾਲਾ ਕੰਮ ਕੀਤਾ ਹੈ। ਉਹਨਾਂ ਕਿਹਾ ਕਿ ਇਹਨਾਂ ਕਾਲੇ ਕਾਨੂੰਨਾਂ ਨਾਲ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਹੋਵੇਗਾ ਅਤੇ ਉਹ ਆਪਣੀ ਮਨਮਰਜ਼ੀ ਕਰਨਗੇ। ਘੱਟੋ ਘੱਟ ਕੀਮਤ ਮੈਂ ਦੱਸਣਾ ਚਾਹੁੰਦਾ ਕਿ ਮੰਡੀਕਰਨ ਐਕਟ ਦੇ ਵਿੱਚ ਜਿਹੜਾ ਫਾਰਮਰ ਐਕਟ ਹੈਗਾ ਉਹਦੇ ਤਹਿਤ ਇਹ ਲਿਖਿਆ ਗਿਆ ਹੈ ਕਿ MSP ਜਿਹੜੀ ਜ਼ਰੂਰੀ ਹੋਏਗੀ। MSP ਦਾ ਮਤਲਬ ਮਿਨੀਮਮ ਸਪੋਰਟ ਪ੍ਰਾਈਸ। ਇਹ ਜਿਹੜਾ ਸਰਕਾਰ ਦਾ ਕੰਟਰੋਲ ਹੈ, ਇਹਦੇ 'ਤੇ ਸਰਕਾਰ ਕੀਮਤ ਤੈਅ ਕਰਦੀ ਆ, ਚਾਹੇ ਉਹ ਕਣਕ ਹੋਵੇ, ਚਾਹੇ ਝੋਨਾ ਹੋਵੇ, ਚਾਹੇ ਮੱਕੀ ਹੋਵੇ, ਚਾਹੇ ਦਾਲਾਂ ਹੋਣ। ਉਸ ਕੀਮਤ ਤੋਂ ਘੱਟ ਕੋਈ ਵੀ ਜਿਹੜਾ ਭਾਵੇਂ ਪ੍ਰਾਈਵੇਟ ਪਲੇਅਰ ਵੀ ਆ ਜਾਏ ਉਹ ਵੀ ਉਹ ਤੋਂ ਖਰੀਦ ਨਹੀਂ ਸਕਦਾ। ਪਰ ਮੈਂ ਦੱਸਣਾ ਚਾਹੁੰਦਾ ਕਿ ਇਸ ਬਿੱਲ ਦੇ ਰਾਹੀਂ ਇਹ ਜਿਹੜੀ ਮਿਨੀਮਮ ਸਪੋਰਟ ਪ੍ਰਾਈਸ ਆ ਉਹ ਵੀ ਖਤਮ ਕਰ ਦਿੱਤੀ ਗਈ ਆ ਔਰ ਇਹਨਾਂ ਵੱਡੀਆਂ ਜਿਹੜੀਆਂ ਕਾਰਪੋਰੇਟ ਘਰਾਣੇ ਆ ਇਹਨਾਂ ਨੂੰ ਹੁਣ ਇਹ ਅਧਿਕਾਰ ਦੇ ਦਿੱਤਾ ਕਿ ਤੁਸੀਂ ਆਪਣੀ ਮਨਮਰਜ਼ੀ ਨਾਲ ਖਰੀਦੋ, ਕਿਸਾਨ ਨੂੰ ਮਜਬੂਰ ਕਰ ਦਿਓ ਕਿ ਉਹ ਤੁਹਾਨੂੰ ਸਸਤੇ ਭਾਅ 'ਤੇ ਜਿਹੜੀ ਚੀਜ਼ ਦੇਣ ਲੱਗ ਪਵੇ। ਅਤੇ ਮੰਡੀਕਰਨ ਐਕਟ ਖਤਮ ਹੋ ਜਾਵੇਗਾ। ਕਿਸਾਨ ਦੀ ਮਜਬੂਰੀ ਕਾਰਨ ਉਹ ਫਸਲ ਘੱਟ ਕੀਮਤ 'ਤੇ ਖਰੀਦ ਕੇ ਸਟੋਰ ਕਰ ਲੈਣਗੇ ਅਤੇ ਮਾਰਕੀਟ ਵਿੱਚ ਮੰਗ ਦੇ ਵਧਣ ਨਾਲ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਜਿਹੜੇ ਲੋਕ ਇਕਨੋਮਿਕਸ ਪੜ੍ਹਦੇ ਨੇ ਉਹਨਾਂ ਨੂੰ ਪਤਾ ਆ, ਕਿਉਂਕਿ ਮੈਂ ਵੀ ਇਕਨੋਮਿਕਸ ਪੜ੍ਹੀ ਆ। ਇਕਨੋਮਿਕਸ ਦੇ ਵਿੱਚ ਇਹ ਆਉਂਦਾ ਹੈ ਕਿ ਜਦੋਂ ਡਿਮਾਂਡ ਵੱਧਦੀ ਆ ਉਹਦੇ ਬਰਾਬਰ ਸਪਲਾਈ ਵੀ ਉਨੀ ਹੀ ਵਧਣੀ ਚਾਹੀਦੀ ਆ। ਤਾਂ ਜੇ ਡਿਮਾਂਡ ਦੇ ਬਰਾਬਰ ਸਪਲਾਈ ਨਹੀਂ ਬਰਾਬਰ ਹੁੰਦੀ ਤੇ ਉੱਥੇ ਫਿਰ ਜਿਹੜੀਆਂ ਕੀਮਤਾਂ ਆ ਉਹ ਬਹੁਤ ਜ਼ਿਆਦਾ ਜਿਹੜੀਆਂ ਵੱਧ ਜਾਂਦੀਆਂ ਤੇ ਆਮ ਲੋਕ ਜਿਹੜੇ ਆ, ਮੱਧ ਵਰਗ ਜਿਹੜੇ ਲੋਕ ਆ, ਉਹਨਾਂ ਦੀ ਆਮਦਨ ਤੋਂ ਕਿਤੇ ਵੱਧ ਜਦੋਂ ਇਹ ਚੀਜ਼ਾਂ ਹੋ ਜਾਣਗੀਆਂ ਤੇ ਉਹਨਾਂ ਦਾ ਆਰਥਿਕ ਸ਼ੋਸ਼ਣ ਹੋਏਗਾ। ਸੋ ਇੱਥੇ ਮੈਂ ਦੱਸਣਾ ਚਾਹੁੰਦਾ ਕਿ ਮੰਡੀਕਰਨ ਐਕਟ ਵੀ ਇਹਦੇ ਨਾਲ ਹੀ ਖਤਮ ਹੋ ਜਾਏਗਾ। ਕਿਸਾਨ ਮਜਬੂਰ ਹੋ ਜਾਏਗਾ ਆਪਣੀ ਜ਼ਮੀਨ ਫਸਲ ਵੇਚਣ ਦੇ ਲਈ, ਤੇ ਜਿਹੜਾ ਸਟੋਰ ਆ ਕਿਸਾਨ ਕਦੀ ਸਟੋਰ ਨਹੀਂ ਕਰ ਸਕਿਆ। ਉਹਦਾ ਕਾਰਨ ਕੀ ਆ? ਕਿਉਂਕਿ ਕਿਸਾਨ ਦੀ ਆਮਦਨ ਤੋਂ ਵੱਧ ਉਹਦੀ ਲਾਗਤ ਆ।
ਇਸ ਕਰਕੇ ਜਦੋਂ ਉਹਦਾ ਫਸਲ ਵੱਢਣ ਦਾ ਟਾਈਮ ਆਉਂਦਾ ਉਹਨੂੰ ਬੜੀ ਕਾਹਲੀ ਹੁੰਦੀ ਆ, ਕਿਉਂਕਿ ਉਹਨੇ ਪਹਿਲਾਂ ਹੀ ਆੜ੍ਹਤੀਆਂ ਤੋਂ ਕਰਜ਼ਾ ਲਿਆ ਹੁੰਦਾ ਆ ਤੇ ਉਹਨੂੰ ਇਹ ਚਿੰਤਾ ਹੁੰਦੀ ਆ ਕਿ ਮੈਂ ਅੱਗੋਂ ਫਿਰ ਆੜ੍ਹਤੀਆਂ ਤੋਂ ਕਰਜ਼ਾ ਲੈਣਾ ਤੇ ਉਹ ਆਪਣੀ ਫਸਲ ਵੱਢਦਾ ਤੇ ਇਮੀਡੀਏਟਲੀ ਜਾ ਕੇ ਉਹ ਆੜ੍ਹਤੀਏ ਨੂੰ ਜਿਹੜੀ ਆ ਉਹ ਮੰਡੀ ਦੇ ਵਿੱਚ ਸੇਲ ਕਰ ਦਿੰਦਾ ਤਾਂ ਕਿ ਉਹਨੂੰ ਪੈਸੇ ਮਿਲਣ ਤੇ ਉਹ ਅੱਗੇ ਆਪਣੀ ਫਸਲ ਨੂੰ ਲਾ ਸਕੇ। ਕਿਸਾਨ ਪਹਿਲਾਂ ਹੀ ਆਮਦਨ ਤੋਂ ਵੱਧ ਜਿਹੜਾ ਉਹਦੀ ਲਾਗਤ ਆ ਤੇ ਉਹ ਪੀੜਾ ਦੇ ਵਿੱਚ ਆ, ਰਾਹਤ ਮਿਲਣੀ ਚਾਹੀਦੀ ਸੀ ਪਰ ਰਾਹਤ ਨਹੀਂ ਦਿੱਤੀ। ਖੇਤੀ ਸੁਧਾਰਾਂ ਦੇ ਨਾਂ ਤੇ ਜਿਹੜਾ ਐਕਟ ਲੈ ਕੇ ਆਂਦਾ, ਜਿਹਦੇ ਵਿੱਚ ਇੱਕ ਮੇਨ ਜਿਹੜਾ ਐਕਟ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਫਾਰਮਰਸ ਐਗਰੀਮੈਂਟ ਔਨ ਪ੍ਰਾਈਸ ਇੰਸ਼ੋਰਡ ਐਂਡ ਫਾਰਮਰਸ ਸਰਵਿਸਿਜ਼ ਜਿਹੜਾ ਐਕਟ ਦੇ ਵਿੱਚ ਸੋਧ ਕੀਤੀ ਆ, ਇਹਦੇ ਵਿੱਚ ਮੈਂ ਦੱਸਣਾ ਚਾਹੁੰਦਾ ਕੀ ਆ ਕਿ ਜਦੋਂ ਇਹ ਐਕਟ ਲਿਆਂਦਾ ਗਿਆ ਇਹਦੇ ਵਿੱਚ ਹੁਣ ਮੰਡੀਕਰਨ ਐਕਟ ਖਤਮ ਹੋ ਜਾਏਗਾ, MSP ਖਤਮ ਹੋ ਜਾਏਗੀ। ਸਿੱਧਾ ਜਿਹੜੇ ਕਾਰਪੋਰੇਟ ਆ ਉਹ ਕੀ ਕਰਨਗੇ, ਕਿਸਾਨ ਨਾਲ ਇੱਕ ਐਗਰੀਮੈਂਟ ਕਰਨਗੇ ਕਿੱਲੇ ਦੇ ਹਿਸਾਬ ਨਾਲ ਕਿ ਅਸੀਂ ਇਸ ਕੀਮਤ ਤੇ ਤੇਰੇ ਤੋਂ ਫਸਲ ਖਰੀਦਣੀ ਆ। ਰੱਬ ਨਾ ਖਾਸਾ ਕੱਲ੍ਹ ਨੂੰ ਉਹਦੀ ਫਸਲ ਕੁਦਰਤੀ ਆਫਤ ਨਾਲ ਤਬਾਹ ਹੋ ਜਾਂਦੀ ਆ ਜਾਂ ਉਹ ਕਿਸੇ ਬਿਮਾਰੀ ਨਾਲ ਫਸਲ ਤਬਾਹ ਹੋ ਜਾਂਦੀ ਆ, ਉਹਦੇ ਬਾਰੇ ਕਿਤੇ ਵੀ ਇਸ ਅਮੈਂਡਮੈਂਟ ਦੇ ਵਿੱਚ ਜਿਹੜਾ ਸੋਧ ਕੀਤਾ ਗਿਆ ਐਕਟ ਆ ਕਿਤੇ ਜ਼ਿਕਰ ਨਹੀਂ ਕੀਤਾ ਕਿ ਜਿਹੜਾ ਪ੍ਰਾਈਵੇਟ ਪਲੇਅਰ ਆ ਜਾਂ ਜਿਹੜਾ ਕਾਰਪੋਰੇਟ ਆ ਜਦੋਂ ਐਗਰੀਮੈਂਟ ਕਰੇਗਾ ਉਹਨੂੰ ਕੀ ਮੁਆਵਜ਼ਾ ਦੇਗਾ, ਇਹਦਾ ਕੋਈ ਜ਼ਿਕਰ ਨਹੀਂ। ਸਿਰਫ ਇਹ ਕਿਹਾ ਗਿਆ ਕਿ ਜਿਹੜਾ ਕਾਰਪੋਰੇਟ ਆ, ਜਿਹੜਾ ਵੱਡਾ ਉਦਯੋਗਿਕ ਜਿਹੜਾ ਪਲੇਅਰ ਆ ਉਹ ਉਹਦੇ ਨਾਲ ਐਗਰੀਮੈਂਟ ਕਰੇਗਾ ਖਰੀਦਣ ਦੀ, ਨੁਕਸਾਨ ਦੀ ਕਿਤੇ ਗੱਲ ਨਹੀਂ ਹੈਗੀ। ਸੋ ਇੱਥੋਂ ਇਹ ਪਤਾ ਲੱਗਦਾ ਕਿ ਸਿੱਧਾ ਇਹਨਾਂ ਨੇ ਦੇਸ਼ ਦੀ ਕਿਸਾਨੀ ਨੂੰ ਗੁਲਾਮੀ ਵੱਲੋਂ ਧੱਕਣ ਦੀ ਪੂਰੀ ਕੋਸ਼ਿਸ਼ ਕੀਤੀ ਆ। ਔਰ ਅੱਗੇ ਮੈਂ ਤੁਹਾਨੂੰ ਹੋਰ ਥੋੜ੍ਹੀਆਂ 2-3 ਚੀਜ਼ਾਂ ਨੂੰ ਕਲੀਅਰ ਕਰਦਾ ਕਿ ਇਹਦੇ ਵਿੱਚ ਇੱਕ ਹੋਰ ਗੱਲ ਹੈ ਕਿ ਦੇਸ਼ ਦੇ ਗਰੀਬ ਲੋਕਾਂ ਨੂੰ ਅਨਾਜ ਅਤੇ ਸਬਜ਼ੀਆਂ ਮਹਿੰਗੀਆਂ ਮਿਲਣਗੀਆਂ ਜਦੋਂ ਕਾਰਪੋਰੇਟ ਕਿਸਾਨ ਤੋਂ ਸਾਰੀ ਚੀਜ਼ ਖਰੀਦ ਲਏਗਾ, ਉਹਨੂੰ ਸਟੋਰ ਕਰੇਗਾ। ਸਟੋਰ ਕਰਕੇ ਕੀ ਕਰੇਗਾ, ਸਪਲਾਈ ਘਟਾਏਗਾ ਮਾਰਕੀਟ 'ਚ। ਜਦੋਂ ਸਪਲਾਈ ਘਟੇਗੀ ਨੈਚੁਰਲੀ ਹਫੜਾ ਦਫੜੀ ਵਾਲਾ ਮਾਹੌਲ ਪੈਦਾ ਹੋਏਗਾ। ਔਰ ਤੁਸੀਂ ਦੇਖਿਆ ਹੋਊਗਾ ਜਦੋਂ ਲਾਕਡਾਊਨ ਲੱਗਣਾ ਸੀ ਲੋਕਾਂ ਨੂੰ ਪਤਾ ਲੱਗਾ ਤੇ ਲਾਕਡਾਊਨ ਤੋਂ 2 ਦਿਨ ਪਹਿਲਾਂ ਪੂਰੀ ਮਾਰਕੀਟ ਦੇ ਵਿੱਚ ਇੰਨਾ ਰਸ਼ ਹੋ ਗਿਆ ਕਿ ਜਿਹੜੇ ਲੋਕ ਰੋਜ਼ਾਨਾ 1 ਕਿਲੋ ਪਿਆਜ਼ 1 ਕਿਲੋ ਟਮਾਟਰ ਲੈਂਦੇ ਸੀ ਉਹਨਾਂ ਨੇ ਵੀ ਸੋਚਿਆ ਕਿ ਲਾਕਡਾਊਨ ਪਤਾ ਨਹੀਂ ਕਿੰਨਾ ਲੰਬਾ ਚੱਲਣਾ। ਉਹਨਾਂ ਨੇ ਜਿਹੜੇ ਆਪਣੇ ਕੋਲ ਪੈਸੇ ਸੀ ਮਾਰਕੀਟ ਵਿੱਚ ਗਏ 50 ਕਿਲੋ ਦਾ ਕੱਟਾ ਪੂਰਾ ਹੀ ਲੈ ਲਿਆ, ਪਿਆਜ਼ ਦਾ ਟਮਾਟਰ ਲੈ ਲਏ ਪੂਰੇ ਦੇ ਪੂਰੇ, ਉਹਨਾਂ ਨੇ ਕਰੇਟ ਚੱਕ ਲਏ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਕੱਲ੍ਹ ਨੂੰ ਚੀਜ਼ ਨਹੀਂ ਮਿਲਣੀ। ਇਸੇ ਤਰ੍ਹਾਂ ਦੀ ਸਥਿਤੀ ਕਾਰਪੋਰੇਟ ਵੀ ਦੇਸ਼ ਦੇ ਵਿੱਚ ਪੈਦਾ ਕਰੇਗਾ ਕਿ ਉਹ ਦੱਸੇਗਾ ਕਿ ਸਾਡੇ ਕੋਲ ਸ਼ਾਰਟੇਜ ਆ, ਜੋ ਸ਼ਾਰਟੇਜ ਹੋਏਗੀ ਲੋਕ ਪੈਸੇ ਲੈ ਕੇ ਮਾਰਕੀਟ 'ਚ ਆਉਣਗੇ, ਹੌਲੀ ਉਹ ਸਪਲਾਈ ਕਰੇਗਾ, ਉਹਦੇ ਨਾਲ ਜਿਹੜੀਆਂ ਆਮ ਲੋਕਾਂ ਦਾ ਸ਼ੋਸ਼ਣ ਹੋਏਗਾ, ਗਰੀਬਾਂ ਦਾ ਸ਼ੋਸ਼ਣ ਹੋਏਗਾ। ਔਰ ਇਹਦੇ ਨਾਲ ਕੀ ਅੱਗੇ ਕਿ ਆਰਥਿਕ ਲੁੱਟ ਹੋ ਗਈ। ਉਹਨਾਂ ਕਿਹਾ ਕਿ ਇਸ ਮਾਡਲ ਨੂੰ ਅਪਣਾਉਣ ਕਰਕੇ ਅਮਰੀਕਾ ਤੇ ਯੂਰਪੀਅਨ, ਇੱਥੇ ਮੈਂ ਦੱਸਣਾ ਚਾਹੁੰਦਾ ਕਿ ਜਿਹੜੇ ਵਿਕਸਿਤ ਦੇਸ਼ ਆ ਅਮਰੀਕਾ ਔਰ ਯੂਰਪੀ ਦੇਸ਼, ਉਹਨਾਂ ਨੇ ਵੀ ਜਦੋਂ ਇਹ ਮਾਡਲ ਲੈ ਕੇ ਆਂਦਾ ਸੀਗਾ ਓਪਨ ਮਾਰਕੀਟ ਦਾ, ਖੇਤੀ ਸੁਧਾਰਾਂ ਦੇ ਵਿੱਚ ਉਹਨਾਂ ਨੇ ਵੀ ਰਿਫਾਰਮ ਕੀਤਾ ਸੀਗਾ, ਖੇਤੀ ਦੇ ਜਿੰਨੇ ਵੀ ਉਹਨਾਂ ਦੇ ਕੰਮ ਸੀਗੇ ਤਾਂ ਉਹਦੇ ਵਿੱਚ ਉੱਥੇ ਦੇ ਕਿਸਾਨ ਵੀ ਤਬਾਹ ਹੋ ਗਿਆ ਸੀਗਾ। ਮੈਂ ਕੇਂਦਰ ਦੀ ਭਾਜਪਾ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਜਿਹੜੇ ਓਪਨ ਮਾਰਕੀਟ ਦੁਨੀਆ ਦੇ ਵਿਕਸਿਤ ਦੇਸ਼ਾਂ ਵਿੱਚ ਕਿਸਾਨ ਬਰਬਾਦ ਹੋ ਗਿਆ, ਫਿਰ ਤੁਸੀਂ ਆਪਣੇ ਦੇਸ਼ ਵਿੱਚ ਤੁਹਾਨੂੰ ਇਹ ਲਿਆਉਣ ਦੀ ਕੀ ਲੋੜ ਸੀ, ਜਦ ਕਿ 90% ਜਿਹੜਾ ਸਾਡਾ ਦੇਸ਼ ਆ ਉਹ ਐਗਰੀਕਲਚਰ ਦੇ ਉੱਪਰ ਡਿਪੈਂਡ ਕਰਦਾ, ਸਾਰੀਆਂ ਚੀਜ਼ਾਂ ਹੀ ਐਗਰੀਕਲਚਰ 'ਤੇ ਡਿਪੈਂਡ ਕਰਦੀਆਂ, ਫਿਰ ਇਹ ਤੁਹਾਨੂੰ ਕੋਈ ਲਿਆਉਣ ਦੀ ਲੋੜ ਨਹੀਂ ਸੀ। ਸੋ ਮੈਂ ਇੱਥੇ ਗੱਲ ਕਹਿਣਾ ਚਾਹੁੰਦਾ ਕਿ ਇਹ ਮਾਡਲ ਨੂੰ ਅਪਣਾਉਣ ਕਰਕੇ ਅਮਰੀਕਾ ਯੂਰਪੀਅਨ ਵਰਗੇ ਦੇਸ਼ਾਂ ਦੇ ਵੀ ਕਿਸਾਨ ਖੁੱਲ੍ਹੀ ਮਾਰਕੀਟ ਕਾਰਨ ਬਰਬਾਦ ਹੋ ਚੁੱਕੇ ਹਨ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਖੇਤੀ ਸੁਧਾਰ ਬਿੱਲ ਲੋਕ ਸਭਾ ਵਿੱਚ ਪਾਸ ਕਰਨ ਤੋਂ ਪਹਿਲਾਂ ਕਿਸਾਨ ਯੂਨੀਅਨਾਂ ਨਾਲ ਗੱਲ ਕਰਨੀ ਚਾਹੀਦੀ ਸੀ। ਕਿਸਾਨ ਯੂਨੀਅਨ ਤੋਂ ਇਲਾਵਾ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਨੇ ਦੇਸ਼ ਦੀਆਂ ਉਹਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਸੀ, ਪਰ ਕੇਂਦਰ ਸਰਕਾਰ ਨੇ ਅਜਿਹਾ ਨਾ ਕਰਕੇ ਨਾ ਸਿਰਫ ਲੋਕਤੰਤਰ, ਇੱਥੇ ਮੈਂ ਇੱਕ ਗੱਲ ਕਲੀਅਰ ਕਰਨਾ ਚਾਹੁੰਦਾ, ਇੱਥੇ ਡੈਮੋਕ੍ਰੇਸੀ ਦਾ ਮਰਡਰ ਹੋਇਆ। ਕਿਉਂਕਿ ਇਹ ਜਦੋਂ ਵੀ ਬਿੱਲ ਲੋਕਤੰਤਰ ਦੇ ਵਿੱਚ ਇਹ ਬੜਾ ਸਾਫ਼ ਸੰਵਿਧਾਨ ਦੇ ਵਿੱਚ ਲਿਖਿਆ ਕਿ ਜਦੋਂ ਵੀ ਤੁਸੀਂ ਕੋਈ ਸੰਵਿਧਾਨ ਦੇ ਵਿੱਚ ਅਮੈਂਡਮੈਂਟ ਕਰਨੀ ਆ, ਜਿਸ ਖੇਤਰ ਦੀ ਕਰਨੀ ਆ ਉਸ ਖੇਤਰ ਦੇ ਲੋਕਾਂ ਦੇ ਨਾਲ ਰਾਬਤਾ ਬਣਾਉਣਾ ਬਹੁਤ ਜ਼ਰੂਰੀ ਆ। ਪਰ ਕੇਂਦਰ ਦੀ ਭਾਜਪਾ ਸਰਕਾਰ ਨੇ ਇਹ ਵੀ ਲੋੜ ਨਹੀਂ ਸਮਝੀ ਕਿ ਅਸੀਂ ਦੇਸ਼ ਦਾ ਢਿੱਡ ਭਰਨ ਵਾਲੇ ਕਿਸਾਨਾਂ ਨਾਲ ਜਾ ਕੇ ਗੱਲ ਕਰੀਏ, ਯੂਨੀਅਨ ਨਾਲ ਗੱਲ ਕਰੀਏ, ਉਹਨਾਂ ਦੇ ਡਾਊਟਸ ਕਲੀਅਰ ਕਰੀਏ, ਪਰ ਉਹਨਾਂ ਨੇ ਇਹ ਕੀਤਾ ਨਹੀਂ। ਇੱਥੋਂ ਸਾਫ਼ ਮਨਸ਼ਾ ਪ੍ਰਗਟ ਹੁੰਦੀ ਆ ਕਿ ਇਹ ਕਾਰਪੋਰੇਟਸ ਨੂੰ ਫਾਇਦਾ ਦੇਣਾ ਚਾਹੁੰਦੇ ਆ। ਆਲਰੇਡੀ ਇਹਨਾਂ ਨੇ ਰੇਲਵੇ ਵੇਚ ਦਿੱਤੀ ਆ, ਆਲਰੇਡੀ ਇਹਨਾਂ ਨੇ ਜਿੰਨੀਆਂ ਦੂਸਰੇ ਅਦਾਰੇ ਨੇ ਹੋਰ ਵੀ ਰੇਲਵੇ ਵੇਚ 에ਅਰਲਾਈਨ ਵੇਚ ਦਿੱਤੀ ਆ। ਉਸ ਤੋਂ ਇਲਾਵਾ ਜਿੰਨੀਆਂ ਹੋਰ ਵੀ ਪਬਲਿਕ ਜਿਹੜੇ ਸੈਕਟਰ ਨੇ ਉਹ ਵੀ ਵੇਚ ਦਿੱਤੇ ਨੇ। ਮੈਂ ਦੱਸਣਾ ਚਾਹੁੰਦਾ ਸਾਡੇ ਗੁਆਂਢੀ ਨੇਪਾਲ, ਭੂਟਾਨ, ਪਾਕਿਸਤਾਨ, ਅਫਗਾਨਿਸਤਾਨ, ਬੰਗਲਾਦੇਸ਼,
ਬਹੁਤ ਜ਼ਿਆਦਾ ਇੰਡੀਆ ਤੋਂ ਡੈਮੋਕ੍ਰੇਸੀ 'ਚ ਥੱਲੇ ਨੇ, ਇਕਨੋਮੀ 'ਚ ਵੀ ਥੱਲੇ ਨੇ, ਪਰ ਉਹ ਗਰੀਬ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਆਪਣੀ 에ਅਰਲਾਈਨ ਨਹੀਂ ਵੇਚੀ, ਉਹਨਾਂ ਨੇ ਆਪਣੀ ਪਹਿਚਾਣ ਨਹੀਂ ਗਵਾਈ। ਉਹਨਾਂ ਨੇ ਕਿਹਾ ਕਿ ਸਾਡੀ 에ਅਰਲਾਈਨ ਜਿਹੜੀ ਆ ਉਹ ਜਿੰਦਾ ਰਹਿਣੀ ਚਾਹੀਦੀ। ਪਰ ਭਾਰਤ ਆਪਣੇ ਆਪ ਨੂੰ ਦੁਨੀਆ ਦਾ ਸਭ ਤੋਂ ਵੱਡਾ ਡੈਮੋਕ੍ਰੈਟਿਕ ਦੇਸ਼ ਕਹਿੰਦਾ, ਪਰ ਅਫਸੋਸ ਕਿ ਬੀਜੇਪੀ ਨੇ ਜਿਹੜੀ ਇੱਕ 에ਅਰਲਾਈਨ ਆ, ਜਿਹੜੀ ਦੇਸ਼ ਦੀ ਪਹਿਚਾਣ ਆ, ਦੁਨੀਆ ਵਿੱਚ ਘੁੰਮਦੀ ਆ, ਉਹ ਵੀ ਇਹਨਾਂ ਨੇ ਕਾਰਪੋਰੇਟਸ ਘਰਾਣਿਆਂ ਨੂੰ ਦੇ ਦਿੱਤੀ। ਸੋ ਮੈਂ ਇਸ ਗੱਲ ਦੀ ਵੀ ਬੀਜੇਪੀ ਸਰਕਾਰ ਦੀ ਸਖਤ ਸ਼ਬਦਾਂ 'ਚ ਨਿੰਦਾ ਕਰਦਾ। ਤਾਂ ਜੇ ਬੀਜੇਪੀ ਨੇ ਸਭ ਕੁਝ ਹੁਣ ਵੇਚ ਹੀ ਦਿੱਤਾ, ਤਾਂ ਮੈਂ ਕੇਂਦਰ ਦੀ ਬੀਜੇਪੀ ਸਰਕਾਰ ਨੂੰ ਇੱਕ ਗੱਲ ਕਹਿਣਾ ਚਾਹੁੰਦਾ, ਤੇ ਹੁਣ ਤਾਂ ਸਿਰਫ ਵਿਧਾਨ ਸਭਾ ਤੇ ਪਾਰਲੀਮੈਂਟ ਹੀ ਰਹਿ ਗਏ ਆ। ਤੁਸੀਂ ਇੰਨਾ ਵੱਡਾ ਪਾਰਲੀਮੈਂਟ ਜਿਹੜਾ ਸੈਸ਼ਨ ਚਲਾ ਰਹੇ, ਜਿਹਦੇ ਵਿੱਚ 1 ਘੰਟੇ ਦਾ ਕਰੋੜਾਂ ਰੁਪਇਆ ਖਰਚ ਹੁੰਦਾ, ਮੈਂ ਅੱਜ ਕੇਂਦਰ ਦੀ ਬੀਜੇਪੀ ਸਰਕਾਰ ਨੂੰ ਕਹਿਣਾ ਚਾਹੁੰਦਾ ਵੀ ਇੰਨੇ ਕਰੋੜਾਂ ਰੁਪਇਆ ਲਾਉਣ ਦੀ ਕੀ ਲੋੜ ਆ? ਇੰਨੇ ਤੁਹਾਨੂੰ ਜਿਹੜੇ ਇਲੈਕਸ਼ਨ ਵੱਡੇ ਵੱਡੇ ਲਾ ਕੇ ਇਲੈਕਸ਼ਨ ਕਮਿਸ਼ਨ ਦੇ ਖਰਚੇ ਵਧਾਉਣ ਦੀ ਕੀ ਲੋੜ ਆ? ਹੁਣ ਤਾਂ ਇੱਕ ਬੋਲੀ ਤੁਸੀਂ ਇਹ ਵੀ ਲਾ ਦਿਓ ਕਿ ਜਿਹੜਾ ਘੱਟ ਤੋਂ ਘੱਟ ਜਿਹੜਾ ਰੇਟ ਆਪਣਾ ਪਾਉਣਾ ਚਾਹੁੰਦਾ, ਉਹਨੂੰ ਅਸੀਂ MLA ਬਣਾ ਦਿੰਦੇ, ਤਾਂ ਉਹਨੂੰ MP ਬਣਾ ਦਿੰਦੇ ਆ। ਤੇ ਮੈਂ ਦੇਖੋ ਤਾਂ ਘੱਟ ਤੋਂ ਘੱਟ ਰੇਟ ਤੇ ਕਿੰਨੇ MLA ਤੇ ਕਿੰਨੇ MP ਬਣਨਗੇ। ਸੋ ਹੁਣ ਇੱਕੋ ਇੱਕ ਜਿਹੜਾ ਸੈਕਟਰ ਹੈ, ਸਿਰਫ ਪਾਰਲੀਮੈਂਟ ਤੇ ਵਿਧਾਨ ਸਭਾ ਰਹਿ ਗਈਆਂ ਪ੍ਰਾਈਵੇਟ ਕਰਨ ਵਾਲੀਆਂ, ਬਾਕੀ ਤਾਂ ਸਾਰਾ ਦੇਸ਼ ਇਹਨਾਂ ਨੇ ਜਿਹੜਾ ਉਹ ਵੇਚ ਦਿੱਤਾ ਆ। ਔਰ ਮੈਂ ਦੱਸਣਾ ਚਾਹੁੰਦਾ ਕਿ ਜਿਹੜਾ ਹੁਣ 25 ਸਤੰਬਰ ਨੂੰ ਜਿਹੜੇ ਕਿਸਾਨ ਮਜ਼ਦੂਰਾਂ ਦਾ ਔਰ ਦੇਸ਼ ਦੇ 135 ਕਰੋੜ ਲੋਕਾਂ ਦਾ ਭਵਿੱਖ ਹਨੇਰੇ ਵਿੱਚ ਚਲਾ ਗਿਆ, ਉਹਨੂੰ ਅਸੀਂ ਬਚਾਉਣ ਦੇ ਲਈ ਜੋ ਵੀ ਕਿਸਾਨ ਤੇ ਮਜ਼ਦੂਰਾਂ ਨੇ 25 ਸਤੰਬਰ ਨੂੰ ਪੰਜਾਬ ਬੰਦ ਦੀ ਕਾਲ ਦਿੱਤੀ ਆ, ਸਾਂਝਾ ਫਰੰਟ ਉਸ ਕਾਲ ਦਾ ਪੂਰਨ ਸਮਰਥਨ ਕਰਦਾ। ਔਰ ਅਸੀਂ ਉਦੋਂ ਤੱਕ ਸਮਰਥਨ ਕਰਦੇ ਰਵਾਂਗੇ ਜਦੋਂ ਤੱਕ ਕੇਂਦਰ ਦੀ ਭਾਜਪਾ ਸਰਕਾਰ ਜਿਹੜੀ ਆ ਇਹਨਾਂ ਕਾਲੇ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ। ਸੋ ਇਹ ਮੇਰੀ ਜਿਹੜੀ ਆ ਸਾਡੀ ਅੱਜ ਦੀ ਤਕਰੀਰ ਆ, ਔਰ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਸਾਨੂੰ ਕਵਰੇਜ ਕਰਨ ਦੇ ਲਈ ਆਏ, ਕਿਉਂਕਿ ਦੇਸ਼ ਦੀ ਪੀੜਾ ਆ। ਔਰ ਅਸੀਂ ਪੰਜਾਬ ਦੇ ਵਿੱਚ ਪੰਜਾਬੀ ਹੋਣ ਦੇ ਨਾਤੇ ਪਹਿਲਾ ਕਿਸਾਨ ਮਜ਼ਦੂਰ ਆ, ਬਾਕੀ ਅਸੀਂ ਸੈਕੰਡਰੀ ਤੌਰ ਤੇ ਸਾਡੀਆਂ ਵੱਖ-ਵੱਖ ਸਾਡੇ ਧਰਮ ਨੇ, ਸਾਡੀਆਂ ਵੱਖ-ਵੱਖ ਕਾਸਟਾਂ ਨੇ। ਥੈਂਕ ਯੂ ਵੈਰੀ ਮੱਚ। ਜੇ ਕੋਈ ਸਵਾਲ ਹੋਵੇ ਤਾਂ ਕਿਰਪਾ ਕਰਕੇ। ਚੌਧਰੀ ਜੀ, ਤੁਹਾਨੂੰ ਐਵੇਂ ਨਹੀਂ ਲੱਗਦਾ ਕਿ ਤੁਸੀਂ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਆ ਤੇ ਜਿੱਥੇ ਕਿਸਾਨ ਧਰਨੇ ਲਾ ਰਹੇ ਆ, ਤੁਹਾਨੂੰ ਫਰੰਟ ਵੱਲੋਂ ਉੱਥੇ ਉਹਨਾਂ ਦੇ ਵਿੱਚ ਜਾ ਕੇ ਬਹਿਣਾ ਚਾਹੀਦਾ ਸੀ? ਨਹੀਂ, ਅਸੀਂ ਸਾਂਝਾ ਫਰੰਟ ਜਿਹੜਾ ਆ, ਜਿਸ ਦਿਨ ਤੋਂ ਇਹ ਖੇਤੀ ਸੁਧਾਰ ਆਰਡੀਨੈਂਸ ਲੈ ਕੇ ਆਂਦੇ ਆ, ਉਸ ਦਿਨ ਤੋਂ ਹੀ ਸਾਂਝਾ ਫਰੰਟ ਜਿਹੜਾ ਆ ਉਹ ਦੇਸ਼ ਦੇ ਖਾਸ ਕਰਕੇ ਪੰਜਾਬ ਦੇ ਕਿਸਾਨਾਂ ਤੇ ਮਜ਼ਦੂਰਾਂ ਦੇ ਨਾਲ ਧਰਨਿਆਂ ਵਿੱਚ ਵੀ ਸ਼ਾਮਲ ਹੋ ਰਿਹਾ, ਉਹਨਾਂ ਦੇ ਪ੍ਰਦਰਸ਼ਨਾਂ ਵਿੱਚ ਵੀ ਸ਼ਾਮਲ ਹੋ ਰਿਹਾ। ਥੋੜ੍ਹੇ ਦਿਨ ਪਹਿਲਾਂ ਸਾਡੇ ਇੱਥੋਂ ਆਜ਼ਾਦ ਕਿਸਾਨ ਕਮੇਟੀ ਦੁਆਬਾ ਨੇ ਬਹੁਤ ਵੱਡਾ ਰੋਸ਼ਨ ਗਰਾਊਂਡ ਦੇ ਵਿੱਚ ਜਿਹੜਾ ਇਕੱਠ ਕੀਤਾ ਸੀਗਾ, ਔਰ ਉਹ ਵੀ ਇਹੋ ਹੀ ਸੀਗਾ ਕਿ ਇਹਨਾਂ ਆਰਡੀਨੈਂਸਾਂ ਨੂੰ ਰੱਦ ਕੀਤਾ ਜਾਵੇ ਤੇ ਜਿਹੜੇ ਪਾਰਲੀਮੈਂਟ ਦੇ ਟੇਬਲ ਦੇ ਉੱਪਰ ਇਹ ਬਿੱਲ ਲਿਆਂਦੇ ਗਏ ਨੇ, ਇਹਨਾਂ ਬਿੱਲਾਂ ਨੂੰ ਹਾਲੇ ਪੋਸਟਪੋਨ ਕੀਤਾ ਜਾਵੇ। ਤੇ ਅਸੀਂ ਉਹਨਾਂ ਦਾ ਸਾਂਝਾ ਫਰੰਟ ਨੇ ਪੂਰਨ ਤੌਰ ਤੇ ਸਾਥ ਦਿੱਤਾ ਸੀਗਾ। ਸਿਰਫ ਅੱਜ ਇਸ ਕਰਕੇ ਪ੍ਰੈਸ ਕਾਨਫਰੰਸ ਬੁਲਾਈ ਗਈ ਆ ਕਿਉਂਕਿ ਕਈ ਵਾਰੀ ਪ੍ਰੋਟੈਸਟ ਕਰਦੇ ਹੋਏ ਮੀਡੀਆ ਨੂੰ ਉਹ ਗੱਲਾਂ ਜਿਹੜੀਆਂ ਦੱਸਣ ਤੋਂ ਰਹਿ ਜਾਂਦੀਆਂ, ਜਿਹੜੀਆਂ ਕਿ ਟੈਕਨੀਕਲ ਤੌਰ ਤੇ ਅਸੀਂ ਅੱਜ ਇੱਕ ਪ੍ਰੈਸ ਕਾਨਫਰੰਸ ਕਰਕੇ ਤੁਹਾਡੇ ਨਾਲ ਇੰਟਰੈਕਸ਼ਨ ਕਰਨਾ ਚਾਹੁੰਦੇ ਸੀਗੇ। ਔਰ ਉਸ ਤੋਂ ਬਾਅਦ ਅਸੀਂ ਅੰਦੋਲਨਾਂ ਦੇ ਵਿੱਚ, ਧਰਨਿਆਂ ਦੇ ਵਿੱਚ ਅਸੀਂ ਕਿਸਾਨ ਔਰ ਮਜ਼ਦੂਰਾਂ ਦੇ ਨਾਲ ਖੜੇ ਹਾਂ। ਚੌਧਰੀ ਜੀ, ਪੂਰੇ ਦੇਸ਼ ਦੇ ਵਿੱਚ, ਪੰਜਾਬ ਦੇ ਵਿੱਚ ਤਾਂ ਤੁਸੀਂ ਦੇਖੋ ਵੱਡੀ ਪੱਧਰ ਤੇ ਹੋ ਰਿਹਾ ਹੈਗਾ, ਕਿਸਾਨਾਂ ਵੱਲੋਂ ਪ੍ਰੋਟੈਸਟ ਹੋ ਰਹੇ ਆ, ਧਰਨੇ ਲੱਗ ਰਹੇ ਆ, ਮੁਜ਼ਾਹਰੇ ਹੋ ਰਹੇ ਹੈਗੇ ਆ। ਕੀ ਲੱਗਦਾ ਤੁਹਾਨੂੰ ਕਿ ਬੀਜੇਪੀ ਸਰਕਾਰ ਐਡਾ ਵੱਡਾ ਰਿਸਕ ਕਿਉਂ ਲੈ ਰਹੀ ਆ? ਅੱਗੇ ਚੋਣਾਂ ਵੀ ਆਉਣੀਆਂ ਨੇ ਔਰ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਆਪਣੇ ਅਗੇਂਸਟ ਖੜਾ ਕਰ ਲਿਆ। ਕੀ ਸਿਰਫ ਇਹੀ ਗੱਲ ਆ ਕਿ ਉਹ ਵੱਡੇ ਘਰਾਣਿਆਂ ਨੂੰ ਵੇਚਣਾ ਚਾਹੁੰਦੇ ਆ ਸਾਰਾ ਕੁਝ, ਜਾਂ ਉਹਨਾਂ ਨੂੰ ਫਾਇਦਾ ਦੇਣਾ ਚਾਹੁੰਦੇ ਆ, ਜਾਂ ਇਸ ਤੋਂ ਇਲਾਵਾ ਕੋਈ ਹੋਰ ਵੀ ਸਾਜ਼ਿਸ਼ ਆ ਬੀਜੇਪੀ ਦੀ? ਦੇਖੋ, ਇਹ ਤਾਂ ਦੇਸ਼ ਦਾ, ਜੇ ਤੁਸੀਂ ਪਿਛਲਾ ਆਜ਼ਾਦੀ ਤੋਂ ਬਾਅਦ ਟਰੈਕ ਰਿਕਾਰਡ ਚੈੱਕ ਕਰੋ ਕਿ ਜਦੋਂ ਵੀ ਦੇਸ਼ ਦੇ ਵਿੱਚ ਸੰਘ ਸਰਕਾਰ ਆਈ ਸੀ ਜੇ ਜਨਤਾ ਪਾਰਟੀ ਦੇ ਨਾਂ 'ਤੇ, ਉਦੋਂ ਵੀ ਵਪਾਰੀਆਂ ਨੂੰ ਵੱਡਾ ਫਾਇਦਾ ਦਿੱਤਾ ਗਿਆ। ਕਿਉਂ ਕੀ ਇਹਨਾਂ ਦੇ ਅੰਦਰ ਚੱਲਦਾ ਕੀ ਪਿਆ ਇਹਨਾਂ ਦੇ ਪਿੱਛੇ? ਐਕਚੁਅਲੀ ਇਹਦੇ ਪਿੱਛੇ ਜਿਹੜੀ ਆ ਇੱਕ RSS ਦੀ ਕੌਨਸਪੀਰੇਸੀ ਹੈਗੀ ਆ ਕਿ 5000 ਸਾਲ ਪਹਿਲਾਂ ਜਿਸ ਤਰ੍ਹਾਂ ਦੇਸ਼ ਜਿਹੜਾ ਮਨੂਵਾਦੀ ਵਿਵਸਥਾ ਦੇ ਤਹਿਤ ਚੱਲ ਰਿਹਾ ਸੀ, ਜਿਹਦੇ ਵਿੱਚ ਉਹਨਾਂ ਦੀ ਜਿਹੜੀ ਮਨੂਵਾਦੀ ਵਿਵਸਥਾ, ਉਹਦੇ ਵਿੱਚ ਕੀ ਆ ਕਿ ਬ੍ਰਾਹਮਣ ਜਿਹੜਾ ਉਹ ਪੂਜਾ ਕਰੇਗਾ, ਧਰਮ ਨੂੰ ਚਲਾਏਗਾ, ਕਸ਼ਤਰੀ ਜਿਹੜੇ ਉਹ ਬਿਜ਼ਨਸ ਕਰਨਗੇ, ਤੇ ਜਿਹੜਾ ਵੈਸ਼ ਜਿਹੜਾ ਆ ਉਹ ਉਹਨਾਂ ਦੇ ਨਾਲ ਇੱਕ ਹੈਲਪਰ ਬਣ ਕੇ ਉਹਨਾਂ ਕੰਮਾਂ ਦੇ ਵਿੱਚ ਸਹਿਯੋਗ ਕਰੇਗਾ, ਬਾਕੀ ਸ਼ੂਦਰ ਜਿਹੜੇ ਆ ਉਹਨਾਂ ਦੇ ਨੀਚ ਕੰਮ ਕਰਨਗੇ। ਇਹ ਜਿਹੜੀ ਵਿਵਸਥਾ ਆ, ਸਾਨੂੰ ਇਹ ਲੱਗ ਰਿਹਾ ਕਿ ਫਿਰ ਮੁੜ ਕੇ ਦੇਸ਼ ਨੂੰ 5000 ਸਾਲ ਪਿੱਛੇ ਲਿਜਾਣ ਦੀ ਕੋਸ਼ਿਸ਼ ਹੋ ਰਹੀ ਆ। ਔਰ ਇਹਨਾਂ ਦੇ ਹੀ ਆਪਣੇ ਲੀਡਰਾਂ ਨੇ ਇਹ ਗੱਲ ਕਹੀ ਸੀ ਕਿ 24 ਦਾ ਜਿਹੜਾ ਆਖਰੀ ਇਲੈਕਸ਼ਨ ਹੋਏਗਾ, ਉਸ ਤੋਂ ਬਾਅਦ ਇਲੈਕਸ਼ਨ ਨਹੀਂ ਹੋਏਗਾ। ਇਸ ਕਰਕੇ ਮੈਨੂੰ ਇਹ ਲੱਗਦਾ
ਕਿ ਇਹ ਹੌਲੀ ਹੌਲੀ ਇਹਨਾਂ ਨੇ ਉਸ ਚੀਜ਼ ਵੱਲ ਵਧਣਾ ਸ਼ੁਰੂ ਕਰ ਦਿੱਤਾ ਹੈ ਤੇ ਮੈਨੂੰ ਲੱਗਦਾ ਕਿਸਾਨ ਇੱਕ ਰਹਿੰਦਾ ਸੀ ਵੇਚਣ ਵਾਲਾ, ਉਹ ਇਹਨਾਂ ਨੇ ਵੇਚ ਕੇ ਸੰਕੇਤ ਦੇ ਦਿੱਤਾ ਕਿ ਅਸੀਂ 5000 ਸਾਲ ਵਾਲੀ ਪਹਿਲੀ ਵਿਵਸਥਾ ਜਿਹੜੀ ਆ ਉਹਨੂੰ ਕਾਇਮ ਕਰਕੇ ਸਿਰਫ ਇਸ ਦੇਸ਼ ਦੇ ਵਿੱਚ ਜਿਹੜੀ ਆ ਬ੍ਰਾਹਮਣ ਰਾਸ਼ਟਰ ਜਿਹੜਾ ਆ ਉਹ ਸਥਾਪਿਤ ਕੀਤਾ ਜਾਏਗਾ। ਤੁਹਾਨੂੰ ਲੱਗਦਾ ਨਹੀਂ ਵੀ ਉਹ ਆਪਣੇ ਇਰਾਦਿਆਂ 'ਚ ਕਾਮਯਾਬ ਹੋ ਜਾਣਗੇ? ਦੇਖੋ ਇਸ ਵੇਲੇ ਜਿਸ ਤਰ੍ਹਾਂ ਦਾ ਉਹਨਾਂ ਦੇ ਕੋਲ ਬਹੁਮਤ ਆ ਲੋਕ ਸਭਾ 'ਚ ਵੀ ਰਾਜ ਸਭਾ 'ਚ ਵੀ, ਉੱਥੋਂ ਤਾਂ ਇਹ ਜਾਪਦਾ ਆ ਕਿ ਜੇ ਉਹਨਾਂ ਨੂੰ ਵੋਟਾਂ ਦਾ ਫਿਕਰ ਹੋਵੇ, ਜੇ ਉਹਨਾਂ ਨੂੰ ਚੋਣਾਂ ਦਾ ਫਿਕਰ ਹੋਵੇ, ਫਿਰ ਉਹ ਕਦੀ ਵੀ ਇਹੋ ਜਿਹੇ ਬਿੱਲ ਜਿਹੜੇ ਲਿਆ ਨਹੀਂ ਸਕਦੇ। ਤੁਸੀਂ ਪਿੱਛੇ ਚਲੇ ਜਾਓ, CA-NRC ਦੇ ਵਿੱਚ ਕਿੰਨਾ ਵੱਡਾ ਵਿਰੋਧ ਹੋਇਆ ਦੇਸ਼ ਦੇ ਵਿੱਚ, ਔਰ ਦਿੱਲੀ ਦੇ ਵਿੱਚ ਸ਼ਹੀਨ ਬਾਗ ਦੇ ਵਿੱਚ ਲਗਾਤਾਰ 3 ਮਹੀਨੇ ਪੱਕਾ ਧਰਨਾ ਰਿਹਾ, ਔਰ ਦੇਸ਼ ਦਾ ਕੋਈ ਵੀ ਜਿਹੜੇ ਬਹੁਜਨ ਲੋਕ ਨੇ, ਚਾਹੇ ਉਹ 'ਚ SC ਹੋਣ, ਚਾਹੇ ST ਹੋਣ, ਚਾਹੇ OBC ਹੋਣ, ਚਾਹੇ ਘੱਟ ਗਿਣਤੀਆਂ ਦੇ ਵਿੱਚ ਕ੍ਰਿਸਚਨ ਹੋਣ, ਮੁਸਲਮਾਨ ਹੋਣ, ਚਾਹੇ ਉਹਦੇ ਵਿੱਚ ਫਾਰਸੀ ਹੋਣ, ਜੈਨੀ ਵੀ ਹੋਣ, ਇਹਨਾਂ ਸਾਰਿਆਂ ਨੇ ਵੱਡੇ ਪੱਧਰ ਤੇ ਈਵਨ ਜਿਹੜੇ ਸਟੂਡੈਂਟ ਸੀਗੇ ਯੂਨੀਵਰਸਿਟੀਆਂ ਦੇ, ਉਹਨਾਂ ਨੇ ਵੀ ਇਹ ਮਹਿਸੂਸ ਕੀਤਾ ਕਿ ਇਹ ਜਿਹੜਾ CA-NRC ਦੇਸ਼ ਦੇ ਵਿੱਚ ਥੋਪਿਆ ਜਾ ਰਿਹਾ, ਇਹਦੇ ਨਾਲ ਭਾਰਤ ਦੀ ਏਕਤਾ ਤੇ ਅਖੰਡਤਾ ਬਿਲਕੁਲ ਤਹਿਸ ਨਹਿਸ ਹੋ ਜਾਏਗੀ। ਪਰ ਉਹਨਾਂ ਨੇ ਕਿਉਂ ਪਾਸ ਕੀਤਾ? ਇਹੋ ਹੀ ਗੱਲ ਸਮਝਣ ਵਾਲੀ ਆ ਕਿ ਉਹਨਾਂ ਦੀ BJP ਨਹੀਂ ਦੇਸ਼ ਨੂੰ ਚਲਾ ਰਹੀ, RSS ਚਲਾ ਰਹੀ ਆ। RSS ਜੋ ਉਹਨਾਂ ਨੂੰ ਕਹਿ ਰਹੀ ਆ, ਇਸ ਕਰਕੇ ਇੱਕ ਤੋਂ ਬਾਅਦ ਪਾਰਲੀਮੈਂਟ ਦੇ ਵਿੱਚ ਉਹ ਡਿਕਟੇਟਰਸ਼ਿਪ ਦੇ ਤਹਿਤ, ਤਾਨਾਸ਼ਾਹੀ ਦੇ ਤਹਿਤ, ਫਾਸੀਵਾਦ ਸਿਸਟਮ ਦੇ ਤਹਿਤ, ਮਨੂਵਾਦੀ ਸਿਸਟਮ ਦੇ ਤਹਿਤ, ਪੂੰਜੀਵਾਦੀ ਸਿਸਟਮ ਦੇ ਤਹਿਤ ਇਹ ਸਾਰਾ ਕੁਝ ਉਹ ਇੱਕ ਤੋਂ ਬਾਅਦ ਇੱਕ ਕਰਦੇ ਜਾ ਰਹੇ ਨੇ। ਪਰ ਅਸੀਂ ਬਹੁਜਨ ਜਿਹੜੇ ਲੋਕ ਨੇ, SC ST OBC ਔਰ ਮਿਨੋਰਟੀਜ਼, ਇਹ ਕਦੀ ਵੀ ਟੋਲਰੇਟ ਨਹੀਂ ਕਰਨਗੇ। ਉਹਦਾ ਕਾਰਨ ਕੀ ਆ? ਕਿਉਂਕਿ ਇਸ ਦੇਸ਼ ਨੂੰ ਆਜ਼ਾਦ ਕਰਨ ਦੇ ਵਿੱਚ ਇਹਨਾਂ ਸਾਰਿਆਂ ਲੋਕਾਂ ਦੀ ਬਹੁਤ ਵੱਡੀ ਕੁਰਬਾਨੀ ਹੈਗੀ ਆ। ਅਸੀਂ ਆਪਣੇ ਵੱਡਿਆਂ ਦਾ ਜਿਹੜਾ ਸੁਪਨਾ ਸੀਗਾ, ਜਿਨ੍ਹਾਂ ਨੇ ਕੁਰਬਾਨੀ ਦੇ ਕੇ ਦੇਸ਼ ਆਜ਼ਾਦ ਕਰਾਇਆ, ਅਸੀਂ ਉਹਦੇ ਸੁਪਨਿਆਂ ਨੂੰ ਕਦੀ ਖਤਮ ਨਹੀਂ ਹੋਣ ਦੇਵਾਂਗੇ, ਔਰ ਅਸੀਂ ਕੇਂਦਰ ਸਰਕਾਰ ਨੂੰ ਮਜਬੂਰ ਕਰਾਂਗੇ ਜਦ ਤੱਕ ਕਿ ਇਹ ਬਿੱਲ ਵਾਪਸ ਨਹੀਂ ਲਿਆ ਜਾਂਦਾ। ਪਰ ਉਹ ਤੇ ਇੱਕ ਸਟੈਪ ਅੱਗੇ ਵਧ ਰਹੇ ਨਹੀਂ ਜੀ, ਉਹ ਤੇ ਲਗਾਤਾਰ ਅੱਗੇ ਨੂੰ ਵਧਦੇ ਜਾ ਰਹੇ ਆ। ਉਹ ਕਹਿੰਦੇ ਸੀ ਰਾਮ ਮੰਦਿਰ ਬਣਾਵਾਂਗੇ, ਉਹ ਬਣਾਉਣ ਜਾ ਰਹੇ ਨੇ। NRC ਸਾਰਾ ਕੁਝ ਉਹ ਸਟੈਪ ਬਾਈ ਸਟੈਪ ਅੱਗੇ ਨੂੰ ਵਧ ਰਹੇ ਨੇ, ਉਹ ਤਾਂ ਸਾਰਾ ਕੁਝ ਕਰੀ ਜਾ ਰਹੇ ਨੇ। ਉਹ ਨਹੀਂ, ਮੈਂ ਉਹੀ ਗੱਲ ਕਹਿ ਰਿਹਾ ਕਿ ਇਹਦੇ ਵਿੱਚ ਜੇ ਉਹ ਕਰ ਰਹੇ ਨੇ, ਉਹਨਾਂ ਕੋਲ ਬਹੁਮਤ ਆ ਲੋਕ ਸਭਾ ਦੇ ਵਿੱਚ ਵੀ ਆ, ਰਾਜ ਸਭਾ ਦੇ ਵਿੱਚ। ਪਰ ਮੈਂ ਇੱਕ ਗੱਲ ਜਿਹੜੀ ਆ, ਤੁਹਾਡਾ ਇਹ ਬੜੀ ਇੰਪੋਰਟੈਂਟ ਗੱਲ ਆ, ਤੁਸੀਂ ਰਿਪੀਟ ਕੀਤੀ ਆ। ਮੈਂ ਇੱਕ ਗੱਲ ਇਹ ਕਹਿਣਾ ਚਾਹੁੰਦਾ ਕਿ 25% ਜਿਹੜਾ ਹਰੇਕ ਰਾਜਨੀਤਿਕ ਪਾਰਟੀ ਦੇ ਵਿੱਚ 25% ਕੋਟਾ ਆ, ਉਹ SC ST ਦਾ ਕੋਟਾ ਆ, OBC ਦਾ ਵੀ ਉਹਦੇ ਵਿੱਚ ਕੋਟਾ ਹੈਗਾ, ਮਿਨੋਰਟੀਜ਼ ਦੇ ਵੀ ਉਹਦੇ ਵਿੱਚ MP ਉਹਦੇ ਵਿੱਚ ਸ਼ਾਮਲ ਨੇ। ਮੈਂ ਇੱਕ ਗੱਲ ਅੱਜ ਬੇਨਤੀ ਕਰਨਾ ਚਾਹੁੰਦਾ, ਉਹਨਾਂ ਸਾਰੇ ਜਿਹੜੇ SC ST OBC ਮਿਨੋਰਟੀ ਦੇ ਵਿੱਚੋਂ ਚੁਣ ਕੇ MP ਪਾਰਲੀਮੈਂਟ ਦੇ ਵਿੱਚ ਗਏ ਨੇ, ਮੈਂ ਉਹਨਾਂ ਅੱਗੇ ਬੇਨਤੀ ਕਰਦਾ ਕਿ ਜੇ ਤੁਹਾਨੂੰ ਆਪਣੇ ਲੋਕਾਂ ਨਾਲ ਪਿਆਰ ਆ, ਜੇ ਤੁਹਾਨੂੰ ਕਿਸਾਨੀ ਨਾਲ ਪਿਆਰ ਆ, ਤੁਹਾਨੂੰ ਮਜ਼ਦੂਰਾਂ ਨਾਲ ਪਿਆਰ ਆ, ਤੁਹਾਨੂੰ ਆਪਣੇ ਲੋਕਾਂ ਨਾਲ ਪਿਆਰ ਆ, ਤੇ ਕਿਰਪਾ ਕਰਕੇ BJP ਸਰਕਾਰ ਦੇ ਵਿੱਚ ਇਸ ਵੇਲੇ ਤੁਹਾਡੇ ਕੋਲ ਇੱਕੋ ਇੱਕ ਆਪਸ਼ਨ ਆ, ਜੇ ਤੁਸੀਂ ਮੁੜ ਕੇ ਆਪਣੇ ਲੋਕਾਂ ਵਿੱਚ ਆਉਣਾ, ਇਹ ਅਸਤੀਫੇ ਦੇ ਦਿਓ। ਜੇ ਤੁਸੀਂ ਅਸਤੀਫੇ ਦੇ ਦੋਗੇ, ਸਾਨੂੰ ਇਹ ਯਕੀਨ ਆ ਕਿ BJP ਸਰਕਾਰ ਨੂੰ ਝੁਕਣਾ ਪਏਗਾ ਔਰ ਉਹਨਾਂ ਨੂੰ ਇਹ ਬਿੱਲ ਵਾਪਸ ਲੈਣਾ ਪਏਗਾ। ਔਰ ਮੈਂ ਦੂਜੀ ਗੱਲ ਇੱਥੇ ਇਹ ਕਰਦਾ, ਹਾਲਾਂਕਿ ਸਾਡਾ ਅਕਾਲੀ ਦਲ ਬਾਦਲ ਸਾਹਿਬ ਨਾਲ ਕੋਈ ਬਹੁਤਾ ਰਾਬਤਾ ਨਹੀਂ ਆ, ਕਿਉਂਕਿ ਜਦੋਂ ਦੇ ਉਹ ਭਾਜਪਾ ਦੇ ਨਾਲ ਉਹਨਾਂ ਦਾ ਸੰਬੰਧ ਰਿਹਾ ਆ, ਅਸੀਂ ਉਦੋਂ ਦੇ ਹੀ ਅਕਾਲੀ ਦਲ ਬਾਦਲ ਨੂੰ ਇਹ ਗੱਲ ਕਹਿੰਦੇ ਰਹੇ ਆ ਕਿ ਇਹ ਜਿਹੜਾ ਤੁਹਾਡਾ ਇਹਨਾਂ ਨਾਲ ਸੰਬੰਧ ਆ, ਕਿਉਂਕਿ ਉਹ ਵਪਾਰੀ ਨੇ ਔਰ ਤੁਸੀਂ ਕਿਸਾਨਾਂ ਨਾਲ ਮਜ਼ਦੂਰਾਂ ਦੀ ਪਾਰਟੀ ਆ। ਫਿਰ ਤੁਹਾਡਾ ਸਿਧਾਂਤਕ ਤੌਰ ਤੇ ਇਹਨਾਂ ਨਾਲ ਸਮਝੌਤਾ ਕਾਹਦਾ ਹੈ? ਕਿਉਂਕਿ ਵਪਾਰੀ ਦਾ ਕਦੀ ਵੀ ਮਜ਼ਦੂਰ ਦੇ ਨਾਲ ਸਮਝੌਤਾ ਨਹੀਂ ਹੋ ਸਕਦਾ, ਕਿਉਂਕਿ ਵਪਾਰੀ ਲੁੱਟਦਾ ਹੁੰਦਾ ਤੇ ਮਜ਼ਦੂਰ ਮਿਹਨਤ ਕਰਦਾ ਹੁੰਦਾ। ਹੁਣ ਤਾਂ ਹਰਸਿਮਰਤ ਬਾਦਲ ਨੇ ਅਸਤੀਫਾ ਦੇ ਦਿੱਤਾ। ਉਹ ਕਹਿੰਦੇ ਸੀ ਕੁਰਬਾਨੀ ਦਿਆਂਗੇ, ਮੈਨੂੰ ਲੱਗਦਾ ਕਿ ਬੜੀ ਵੱਡੀ ਕੁਰਬਾਨੀ ਦੇਤੀ ਉਹਨਾਂ ਨੇ। ਤੁਹਾਨੂੰ ਲੱਗਦਾ ਕਿ ਪੰਜਾਬ ਦੇ ਲੋਕਾਂ ਨੂੰ ਉਹਨਾਂ ਦੀਆਂ ਗੱਲਾਂ 'ਚ ਆ ਜਾਣਾ ਚਾਹੀਦਾ ਜਾਂ ਆ ਜਾਣਗੇ? ਨਹੀਂ, ਮੈਂ ਇਹ ਗੱਲ ਨਹੀਂ ਕਰਦਾ, ਹਾਲਾਂਕਿ ਮੈਂ ਪੋਜ਼ਿਟਿਵ ਸੋਚਦਾ ਹੁੰਦਾ ਹਮੇਸ਼ਾ ਕਿਸੇ ਵੀ ਗੱਲ ਨੂੰ। ਜਿਹੜਾ ਇਹ ਅਸਤੀਫਾ ਆ ਜਾਂ ਕੱਲ੍ਹ ਜੋ ਵੀ ਪਾਰਲੀਮੈਂਟ ਦੇ ਵਿੱਚ ਅਕਾਲੀ ਦਲ ਬਾਦਲ ਦੇ ਅਧਿਅਕਸ਼ ਸਾਹਿਬ ਨੇ ਬੋਲਿਆ, ਪ੍ਰਧਾਨ ਸਾਹਿਬ ਨੇ ਬੋਲਿਆ, ਮੈਂ ਇਹ ਸਮਝਦਾ ਕਿ ਇਹ ਉਹਨਾਂ ਦੀ ਆਪਣੀ ਜਿਹੜੀ ਅੰਦਰੂਨੀ ਜਿਹੜੀ ਸਪਿਰਿਟ ਨਹੀਂ ਸੀਗੀ, ਪਰ ਜਿਹੜਾ ਕਿਸਾਨਾਂ ਨੇ ਬਾਦਲ ਪਿੰਡ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਇੱਕ ਪੱਕਾ ਮੋਰਚਾ ਲਾਇਆ ਹੋਇਆ, ਉਹਦਾ ਦਬਾਅ ਸੀਗਾ। ਜਿਹੜਾ ਪਟਿਆਲੇ ਦੇ ਵਿੱਚ ਵੀ ਮੋਰਚਾ ਲੱਗਾ ਹੋਇਆ, ਉਹਦਾ ਵੀ ਦਬਾਅ ਸੀਗਾ। ਸੋ ਕਿਤੇ ਨਾ ਕਿਤੇ ਜਿਹੜਾ ਪਾਰਲੀਮੈਂਟ ਦੇ ਵਿੱਚ ਕੱਲ੍ਹ ਸੁਖਬੀਰ ਸਿੰਘ ਬਾਦਲ ਹੋਣਾ ਨੇ ਬੋਲਿਆ ਹੈਗਾ, ਉਹ ਮੈਨੂੰ ਲੱਗਦਾ ਕਿ ਉਹਨਾਂ ਨੂੰ ਇਹ ਲੱਗਾ ਕਿ ਸਾਡੀ ਹੁਣ ਤਾਂ ਮਾਸ ਸਿਕਿਉਰਿਟੀ ਦਾ ਵੀ ਇਸ਼ੂ ਬਣ ਗਿਆ ਕਿ ਕਿਤੇ ਲੋਕ ਗਲੇ ਹੀ ਨਾ ਪੈ ਜਾਣ, ਕਿਤੇ ਹੋ ਸਕਦਾ ਕਿ ਸਾਨੂੰ ਹੁਣ ਪਿੰਡ ਵੜਨ ਹੀ ਨਾ ਦੇਣ, ਤਾਂ ਜੇ ਕਿਤੇ ਵੜ ਵੀ ਗਏ ਨੇਰੇ ਸਨੇਰੇ, ਪਤਾ ਨਹੀਂ ਇਹਨਾਂ ਨੇ ਖਰੇ ਨਿਕਲਣ ਵੀ ਨਹੀਂ ਦੇਣਾ। ਸੋ ਉਹਨਾਂ ਨੂੰ ਇਹ ਲੱਗਾ ਕਿ ਇਸ ਵੇਲੇ ਹੁਣ ਜੇ ਪੰਜਾਬ ਦੇ ਲੋਕਾਂ ਦਾ ਜਿਹੜਾ ਗੁੱਸਾ ਸਾਡੇ ਪ੍ਰਤੀ ਆ, ਉਹ ਤਾਂ ਹੀ ਸ਼ਾਂਤ ਕੀਤਾ ਜਾ ਸਕਦਾ ਕਿ ਜੇ ਅਸੀਂ ਅੱਜ ਪਾਰਲੀਮੈਂਟ ਦੇ ਵਿੱਚ
ਅਸੀਂ ਵਿਰੋਧ ਕਰੀਏ ਇਸ ਬਿੱਲ ਦਾ, ਇਹਦੇ ਖਿਲਾਫ ਵੋਟ ਪਾਈਏ ਔਰ ਜਿਹੜਾ ਸਾਡੇ ਕੋਲ ਇੱਕ ਮਿਨਿਸਟਰ ਆ ਬੀਬੀ ਹਰਸਿਮਰਤ ਕੌਰ ਉਹਦਾ ਅਸਤੀਫਾ ਦਵਾਈਏ। ਔਰ ਮੈਨੂੰ ਲੱਗਦਾ ਹੈ ਕਿ ਇਹ ਅਸਤੀਫਾ ਫਿਲਹਾਲ ਇੱਕ ਦਬਾਅ ਦਾ ਨਤੀਜਾ ਆ, ਤੇ ਦੂਸਰਾ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਕਿ ਇਹ ਕੋਈ ਅੰਡਰਸਟੈਂਡਿੰਗ ਵੀ ਲੱਗਦੀ ਆ ਬੀਜੇਪੀ ਦੇ ਨਾਲ ਅਕਾਲੀ ਦਲ ਦੀ, ਕਿ ਆਪਣੇ ਲੋਕਾਂ ਨੂੰ ਅਸੀਂ ਸ਼ਾਂਤ ਕਰਨ ਦੇ ਲਈ ਜਿਹੜਾ ਇੱਕ ਅਸਤੀਫਾ ਦੇਣ ਲੱਗੇ ਆ, ਤੇ ਤੁਸੀਂ ਜਰਾ ਇਹਨੂੰ ਦੇਖ ਲਿਓ ਕਿ ਹਾਲੇ ਮਨਜ਼ੂਰ ਕਰਨਾ ਜਾਂ ਨਹੀਂ ਕਰਨਾ ਜਾਂ ਡਿਲੇ ਕਰਨਾ ਇਹ ਤੁਹਾਡੇ ਤੇ ਆ। ਪਰ ਅਸੀਂ ਆਪਣੇ ਲੋਕਾਂ ਨੂੰ ਇੱਕ ਮੈਸੇਜ ਦੇਣਾ ਚਾਹੁੰਦੇ ਆ ਵੀ ਅਸੀਂ ਇੱਕ ਵੱਡੀ ਕੁਰਬਾਨੀ ਦੇਣ ਜਾ ਰਹੇ। ਕੁਰਬਾਨੀ ਇਹ ਨਹੀਂ ਹੈਗੀ। ਮੈਂ ਬੀਬੀ ਹਰਸਿਮਰਤ ਕੌਰ ਜੀ ਨੂੰ ਇਹ ਬੇਨਤੀ ਕਰਦਾ, ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਬੇਨਤੀ ਕਰਦਾ ਕਿ ਜੇ ਤੁਸੀਂ ਸੱਚਮੁੱਚ ਅਕਾਲੀ ਦਲ 1920 ਜੇ ਤੁਸੀਂ ਦੁਬਾਰਾ ਸਿਰਜਣਾ ਹੈਗਾ ਤੇ ਕਿਰਪਾ ਕਰਕੇ ਹੁਣ ਉਦੋਂ ਤੱਕ ਘਰ ਨਾ ਬੈਠਿਓ, ਉਦੋਂ ਤੱਕ ਬੀਜੇਪੀ ਦੇ ਨਾਲ ਕੋਈ ਸਮਝੌਤੇ ਦੀ ਗੱਲ ਨਾ ਕਰਿਓ। ਜਿਹੜਾ ਹਾਲੇ ਵੀ ਤੁਸੀਂ ਤੁਹਾਡਾ ਬਿਆਨ ਇੱਕ ਇਹ ਵੀ ਆ ਰਿਹਾ ਕਿ ਸਾਡਾ ਜਿਹੜਾ ਸਮਰਥਨ ਜਾਰੀ ਰਹੇਗਾ, ਤੇ ਜੇ ਤੁਸੀਂ ਅਸਤੀਫਾ ਹੀ ਦੇ ਦਿੱਤਾ, ਜੇ ਤੁਸੀਂ ਵੋਟਿੰਗ ਹੀ ਉਹਨਾਂ ਦੇ ਖਿਲਾਫ ਕਰ ਦਿੱਤੀ ਆ, ਤਾਂ ਫਿਰ ਸਮਰਥਨ ਦਾ ਤਾਂ ਸਵਾਲ ਹੀ ਨਹੀਂ ਰਹਿਣਾ ਚਾਹੀਦਾ, ਸਮਰਥਨ ਵੀ ਵਾਪਸ ਲੈਣਾ ਚਾਹੀਦਾ। ਜਦ ਤੱਕ ਸਮਰਥਨ ਲੈ ਕੇ ਕਿਸਾਨਾਂ ਦੇ ਨਾਲ ਅੰਦੋਲਨਾਂ ਵਿੱਚ ਸ਼ਾਮਲ ਨਹੀਂ ਹੁੰਦੇ, ਉਹਨਾਂ ਦੇ ਧਰਨਿਆਂ ਵਿੱਚ ਸ਼ਾਮਲ ਨਹੀਂ ਹੁੰਦੇ, ਉਹਨਾਂ ਦੇ ਪ੍ਰਦਰਸ਼ਨਾਂ ਵਿੱਚ ਸ਼ਾਮਲ ਨਹੀਂ ਹੁੰਦੇ, ਮੈਂ ਸਮਝਦਾ ਉਹਨਾਂ ਦੀ ਇਹ ਕੁਰਬਾਨੀ ਜਿਹੜੀ ਆ ਆਪਣੇ ਲਈ ਤਾਂ ਹੋ ਸਕਦੀ, ਪਰ ਪੰਜਾਬ ਦੇ ਲੋਕਾਂ ਲਈ ਇਹ ਕੁਰਬਾਨੀ ਹਾਲੇ ਅਧੂਰੀ ਆ, ਉਹਨਾਂ ਨੂੰ ਪੂਰੀ ਕੁਰਬਾਨੀ ਦੇਣੀ ਪਏਗੀ। ਚੌਧਰੀ ਜੀ, ਅਖੀਰ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਆ? ਤੁਹਾਡੀ ਗੱਲਾਂ ਤੋਂ ਐਂ ਲੱਗਦਾ ਹੈਗਾ ਜਿੱਦਾਂ ਤੁਸੀਂ ਨਾ ਇੱਦਾਂ ਚਾਹੁੰਦੇ ਆ ਵੀ ਚੰਗਾ ਲੱਗਾ ਸਾਨੂੰ ਉਹਨੇ ਅਸਤੀਫਾ ਦੇ ਦਿੱਤਾ ਤੇ ਉਹ ਹੁਣ ਆਪਣਾ ਆਧਾਰ ਬਣਾਉਣ ਵਾਸਤੇ ਲੋਕਾਂ ਦੇ ਵਿੱਚ ਧਰਨਿਆਂ ਵਿੱਚ ਜਾਣ ਲੱਗ ਪੈਣ। ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕਿ ਉਹ ਉਹਨਾਂ ਨੂੰ ਧਰਨਿਆਂ ਵਿੱਚ ਵੜ ਲੈਣ ਦੇਣ, ਉਹ ਦੁਬਾਰਾ ਆਪਣਾ ਪੰਜਾਬ 'ਚ ਆਧਾਰ ਬਣਾ ਲੈਣ? ਤੁਹਾਨੂੰ ਹੈ ਯਕੀਨ ਉਹਨਾਂ 'ਤੇ ਜੇ ਦੁਬਾਰਾ ਉਹ ਆਧਾਰ ਬਣਾ ਲੈਂਦੇ ਆ ਤਾਂ ਫਿਰ ਸਹੀ ਰਾਹ 'ਤੇ ਤੁਰਨਗੇ ਉਹ? ਉਹਨਾਂ ਦਾ ਅਸਤੀਫਾ ਮੈਂ ਵੇਖ ਰਿਹਾ ਸੋਸ਼ਲ ਮੀਡੀਆ 'ਤੇ ਗੱਲ ਇੱਦਾਂ ਚੱਲਦੀ ਹੈ ਵੀ ਜਿੱਦਾਂ ਨਾ ਕੁੜੀ ਦਾ ਤਲਾਕ ਹੋ ਗਿਆ ਘਰ ਵਾਲੇ ਨਾਲੋਂ, ਉੱਦਾਂ ਤਲਾਕ ਹੋ ਗਿਆ ਪਰ ਕਹਿੰਦੀ ਮੈਂ ਰਹਿਣਾ ਉੱਦਾਂ ਉਹਦੇ ਨਾਲ ਹੀ, ਉਹਦੇ ਘਰ ਹੀ। ਐਕਚੁਅਲੀ ਇੱਦਾਂ ਆ ਕਿ ਦੇਖੋ, ਜਿਹੜੇ ਅੱਜ ਅਸੀਂ ਇੱਥੇ ਸਾਰੇ ਸਰਦਾਰ ਗੁਰਨਾਮ ਸਿੰਘ ਸਿੰਗੜੀ ਵਾਲਾ ਜੀ, ਸਾਡੇ ਨਾਲ ਵਿਕਾਸ ਹੰਸ ਜੀ, ਔਰ ਸਾਡੇ ਨਾਲ ਮੁਸਲਿਮ ਭਾਈਚਾਰੇ ਤੋਂ ਮੌਲਵੀ ਖਲੀਲ ਅਹਿਮਦ ਜੀ, ਮੈਂ ਕ੍ਰਿਸਚਨ ਭਾਈਚਾਰੇ ਤੋਂ ਲਾਰੈਂਸ ਚੌਧਰੀ, ਤੇ ਹੋਰ ਸਾਡੇ ਭਾਜੀ ਸਰਦਾਰ ਕਰਨੈਲ ਸਿੰਘ ਲਵਲੀ ਜੀ, ਔਰ ਸਾਡੇ ਸੁਰਮੂ ਜੀ, ਵਕੀਲ ਮੁਹੰਮਦ ਸਾਹਿਬ, ਔਰ ਬਾਕੀ ਸਾਰੇ ਸਾਡੇ ਸਤਿਕਾਰਯੋਗ ਜਿੰਨੇ ਵੀ ਮੈਂਬਰ ਆਏ ਨੇ, ਇਹ ਸਾਰੇ SC ST OBC ਘੱਟ ਗਿਣਤੀ ਇਸ ਕਰਕੇ ਇਕੱਠੇ ਹੋਏ ਨੇ ਕਿ ਅਸੀਂ ਸਿਆਸਤ ਤੋਂ ਬਹੁਤ ਦੂਰ ਹਾਂ। ਸਾਡਾ ਜਿਹੜਾ ਯਕੀਨ ਹੈ ਨਾ ਪੋਲੀਟੀਕਲ ਪਾਰਟੀਆਂ ਤੋਂ ਉੱਠ ਚੁੱਕਾ ਹੈ। ਇਹ ਪੋਲੀਟੀਕਲ ਪਾਰਟੀਆਂ ਵੋਟਾਂ ਦੇ ਲਈ ਧਰਨਿਆਂ 'ਚ ਆਉਂਦੀਆਂ ਨੇ, ਵੋਟਾਂ ਦੇ ਲਈ ਪ੍ਰਦਰਸ਼ਨ ਕਰਦੀਆਂ ਨੇ, ਪਰ ਜਦੋਂ ਇਹਦਾ ਨਤੀਜਾ ਕੱਢਣਾ ਹੋਵੇ ਫਿਰ ਇਹ ਪੂਰੀ ਤਰ੍ਹਾਂ ਜਿਹੜਾ ਸਮਰਪਿਤ ਨਹੀਂ ਹੁੰਦੀਆਂ। ਅਸੀਂ ਅੱਜ ਇੱਥੇ ਸਿਰਫ ਨਾਨ ਪੋਲੀਟੀਕਲ ਲੈਵਲ ਤੇ ਇਕੱਠੇ ਹੋਏ ਹਾਂ, ਇਹ ਕਹਿ ਕੇ ਇਕੱਠੇ ਹੋਏ ਹਾਂ ਕਿਉਂਕਿ ਪੰਜਾਬ ਦੇ ਵਿੱਚ ਕੀ ਪੂਰੇ ਦੇਸ਼ ਦੇ ਵਿੱਚ SC ST OBC ਔਰ ਘੱਟ ਗਿਣਤੀ ਬਹੁਤ ਸਾਰੇ ਕਿਸਾਨੀ ਕਰਦੇ ਨੇ। ਕਈ ਵਾਰੀ ਕੀ ਹੁੰਦਾ, ਲੋਕਾਂ ਦੇ ਦਿਮਾਗ 'ਚ ਆਉਂਦਾ ਕਿਸਾਨੀ ਸਿਰਫ ਸਿੱਖਾਂ ਦੀ ਆ। ਮੈਂ ਇੱਥੇ ਗੱਲ ਕਲੀਅਰ ਕਰ ਦੇਣਾ ਚਾਹੁੰਦਾ, ਕਿਸਾਨੀ ਸਿੱਖਾਂ ਦੀ ਇਕੱਲਿਆਂ ਦੀ ਨਹੀਂ ਆ, ਕਿਸਾਨੀ SCਆਂ ਦੀ ਵੀ ਆ, ਕਿਸਾਨੀ ST ਦੀ ਵੀ ਆ, ਕਿਸਾਨੀ ਜਿਹੜੀ ਆ ਮੁਸਲਮਾਨਾਂ ਦੀ ਵੀ ਆ, ਕਿਸਾਨੀ ਕ੍ਰਿਸਚਨਾਂ ਦੀ ਵੀ ਆ, ਕਿਸਾਨੀ ਜਿਹੜੀ ਆ OBC ਦੇ ਨਾਲ ਸੰਬੰਧ ਰੱਖਣ ਵਾਲੇ ਸਾਰੇ ਲੋਕਾਂ ਦੀ ਆ। ਇਹ ਕਿਸਾਨੀ ਜਿਹੜੀ ਆ 85% ਤਾਂ ਹੀ ਅਸੀਂ ਕਹਿੰਦੇ ਆ ਕਿ ਇਹਨੂੰ ਜਿਹੜਾ ਖੇਤੀ ਪ੍ਰਧਾਨ ਦੇਸ਼ ਕਿਹਾ ਜਾਂਦਾ ਆ, ਤੇ ਜੇ ਖੇਤੀ ਪ੍ਰਧਾਨ ਦੇਸ਼ ਆ ਤੇ ਅਕਾਲੀ ਦਲ ਬਾਦਲ ਦਾ ਜਨਮ ਵੀ ਜਿਹੜਾ ਆ ਉਹ ਸੰਘਰਸ਼ ਦੇ ਵਿੱਚੋਂ ਹੋਇਆ ਸੀ। ਅਕਾਲੀ ਦਲ ਦਾ ਬਾਅਦ ਵਿੱਚ ਉਹਨਾਂ ਨੇ ਬਾਦਲ ਰੱਖ ਲਿਆ ਕਿਉਂਕਿ ਕਈ ਅਕਾਲੀ ਦਲ ਬਣ ਗਏ। ਸੋ ਮੇਰੀ ਇਹ ਬੇਨਤੀ ਆ ਕਿ ਜੇ ਬੀਬੀ ਹਰਸਿਮਰਤ ਕੌਰ ਨੇ ਵਾਕਈ ਇਹ ਗੱਲ ਕਹੀ ਆ, ਵੈਸੇ ਸਰਾਹਨਾਯੋਗ ਉਹਨਾਂ ਨੇ ਇੱਕ ਗੱਲ ਕਹੀ ਆ, ਮੈਂ ਉਹਦੀ ਜ਼ਰੂਰ ਸਰਾਹਨਾ ਕਰਾਂਗਾ। ਉਹਨਾਂ ਨੇ ਕਿਹਾ ਕਿ ਮੈਂ ਪੰਜਾਬ ਦੇ ਜ਼ਿਮੀਂਦਾਰਾਂ ਦੀ ਬੇਟੀ ਤੇ ਪੰਜਾਬ ਦੇ ਕਿਸਾਨ ਜਿਹੜੇ ਭਰਾ ਨੇ ਮੈਂ ਉਹਨਾਂ ਦੀ ਭੈਣ ਆ। ਮੈਂ ਅਖੀਰ 'ਚ ਇਹ ਚਾਹੁੰਦਾ ਹੈਗਾ ਕਿ ਜ਼ਰੂਰ ਕਿਸਾਨਾਂ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਇਹ ਦੱਸੋ ਕਿ ਉਹ ਹੁਣ ਉਹਨੂੰ ਆਪਣੀ ਭੈਣ ਬਹਾ ਕੇ ਨਾਲ ਬਹਾਉਣ, ਧੀ ਬਣਾ ਕੇ ਆਪਣੇ ਪ੍ਰਦਰਸ਼ਨਾਂ ਵਿੱਚ ਸ਼ਾਮਲ ਕਰ ਲੈਣ ਜਾਂ ਸੁਚੇਤ ਰਹਿਣ। ਮੈਂ ਇੱਕ ਗੱਲ ਕਹਿਣਾ ਚਾਹੁੰਦਾ ਕਿ ਇਹਦੇ ਲਈ ਮੇਰੀ ਇੱਕ ਬੇਨਤੀ ਆ ਕਿ ਇਸ ਵੇਲੇ ਇਸ ਅੰਦੋਲਨ ਵਿੱਚ ਸਾਰਿਆਂ ਦੀ ਸਾਨੂੰ ਲੋੜ ਆ। ਮੈਂ ਪਹਿਲਾਂ ਵੀ ਕਹਿ ਕੇ ਹਟਿਆ ਵੀ ਜਿੰਨੇ ਨਾਲੇ ਕਹਿੰਦੇ ਨੇ ਇਹ ਗੱਦਾਰੀਆਂ ਕਰਦੇ ਰਹੇ ਆ, ਉਹਨਾਂ ਨਾਲ ਇਹਨਾਂ ਦੀ ਵੀ ਲੋੜ ਆ, ਗੱਦਾਰਾਂ ਦੀ ਵੀ ਲੋੜ ਆ। ਫਿਰ ਤੁਹਾਨੂੰ ਨਹੀਂ, ਦੇਖੋ ਕਹਿੰਦੇ ਹੁੰਦਾ ਸਵੇਰ ਦਾ ਭੁੱਲਿਆ ਸ਼ਾਮ ਨੂੰ ਵਾਪਸ ਆ ਜਾਏ, ਉਹਨੂੰ ਆਪਾਂ ਭੁੱਲਿਆ ਨਹੀਂ ਕਹਿੰਦੇ। ਸ਼ਾਮ ਨੂੰ ਹੁਣ ਜੇ ਤਾਂ 11-12 ਵਜੇ ਆ ਜਾਵੇ ਫਿਰ ਤਾਂ ਚਲੋ ਠੀਕ ਆ, ਹੁਣ ਜੇ ਹਨੇਰੇ ਹੋਏ ਆਵੇ ਤਾਂ ਮੁੜ ਕੇ ਫਿਰ ਤਾਂ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਲੇਟ ਆਏ ਨੇ ਔਰ ਜਿਹੜੇ ਲੋਕਾਂ ਨੇ ਇਹਨੂੰ ਸੰਘਰਸ਼ ਨੂੰ ਆਰਡੀਨੈਂਸਾਂ ਦੇ ਆਉਣ ਤੇ ਹੀ ਸ਼ੁਰੂ ਕੀਤਾ ਹੋਇਆ, ਉਹਦੇ ਵਿੱਚ ਫਰੰਟ ਤੇ ਨਾ ਆਉਣ, ਪਿੱਛੇ ਲੱਗ ਕੇ ਤੁਰੇ ਰਹਿਣ। ਹੌਲੀ ਹੌਲੀ ਜਿੱਦਾਂ ਇਹ ਤੁਰੇ ਰਹਿਣਗੇ ਲੋਕਾਂ ਦਾ ਯਕੀਨ ਵੱਧਦਾ ਚਲੇ ਜਾਏਗਾ, ਹੌਲੀ ਹੌਲੀ ਫਿਰ ਇਹਨਾਂ ਨੂੰ ਅੱਗੇ ਲਿਆਉਣਗੇ। ਪਰ ਹਾਲੇ ਪਿੱਛੇ ਆ ਕੇ ਲੱਗਣ, ਮੋਹਰੇ ਨਾ ਲੱਗਣ। ਤਦ ਮੈਨੂੰ ਲੱਗਦਾ
ਲੋਕ ਇਹਨਾਂ ਨੂੰ ਆਪਣੀ ਭੈਣ ਤੇ ਆਪਣੀ ਧੀ ਦੇ ਤੌਰ ਤੇ ਜਿਹੜਾ ਕਬੂਲ ਕਰ ਲੈਣਗੇ, ਕਿਉਂਕਿ ਮੈਨੂੰ ਇਹ ਯਕੀਨ ਆ ਕਿ ਅਕਾਲੀ ਦਲ ਨੂੰ ਇਹ ਰਿਵਿਊ ਕਰਨਾ ਪਏਗਾ, ਕਿਉਂਕਿ ਸਿੱਖਾਂ ਦੀ ਇਹ ਨੁਮਾਇੰਦਗੀ ਕਰਦੇ ਆ। ਬਾਕੀ ਵੀ ਬਹੁਤ ਅਕਾਲੀ ਦਲ ਨੇ ਜਿਨ੍ਹਾਂ ਨੇ ਸਿਆਸਤ ਨੂੰ ਇੱਕ ਪਾਸੇ, ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਤਾਂ ਇੱਥੋਂ ਤੱਕ ਵੀ ਪਾਰਲੀਮੈਂਟ ਜਾਣ ਤੋਂ ਇਨਕਾਰ ਕਰਤੇ ਦੇ ਜਦੋਂ 5 ਕਕਾਰਿਆਂ ਤੇ ਸਵਾਲ ਉੱਠਿਆ ਸੀ। ਉਹਨਾਂ ਨੇ ਕਿਹਾ ਕਿ ਗੁਰੂ ਸਾਹਿਬ ਦੇ ਦਿੱਤੇ ਇਹ ਕਕਾਰ ਨੇ ਤੇ ਇਹ ਸਿਧਾਂਤ ਆ। ਮੈਂ ਇਸ ਸਿਧਾਂਤਕ ਹੱਕ ਨੂੰ ਛੱਡ ਕੇ, ਔਰ ਸੰਵਿਧਾਨਕ ਹੱਕ ਵੀ ਆ, ਜਿਹੜਾ ਸਿਧਾਂਤਕ ਹੱਕ ਹੁੰਦਾ ਉਹੀ ਸੰਵਿਧਾਨਕ ਹੱਕ ਹੁੰਦਾ ਵੀ ਮੈਂ ਇਹਦੇ ਨਾਲ ਸਮਝੌਤਾ ਨਹੀਂ ਕਰ ਸਕਦਾ। ਉਹਨਾਂ ਨੇ ਉਸ MP ਦੀ ਸੀਟ ਨੂੰ ਬਾਹਰ ਦਿੱਤਾ ਸੀ। ਸੋ ਜਿਹੜੀਆਂ ਇਹ ਸਿਆਸਤਾਂ ਨੇ ਇਹ ਲੋਕਾਂ ਤੋਂ ਉੱਪਰ ਨਹੀਂ ਹੋ ਸਕਦੀਆਂ, ਅਹੁਦੇ ਲੋਕਾਂ ਤੋਂ ਉੱਪਰ ਨਹੀਂ ਹੋ ਸਕਦੀਆਂ। ਮੈਂ ਬੜੇ ਰਾਜ ਦੇਖੇ ਨੇ, BP ਸਿੰਘ ਦਾ ਵੀ ਰਾਜ ਦੇਖਿਆ, ਔਰ ਅਸੀਂ ਚੰਦਰ ਸ਼ੇਖਰ ਦਾ ਵੀ ਰਾਜ ਦੇਖਿਆ, ਅਸੀਂ IK ਗੁਜਰਾਲ ਦਾ ਵੀ ਰਾਜ ਦੇਖਿਆ। ਇਹ ਜਦੋਂ ਤਖਤੇ ਪਲਟਦੇ ਨੇ ਇਹਦਾ ਕੋਈ ਪਤਾ ਨਹੀਂ ਲੱਗਦਾ। ਮੈਂ BJP ਨੂੰ ਵੀ ਇਹ ਕਹਿਣਾ ਚਾਹੁੰਦਾ ਕਿ ਤੁਸੀਂ ਜਿਸ ਗਲਤ ਫਹਿਮੀ ਦੇ ਵਿੱਚ ਚੱਲ ਰਹੇ ਆ, ਇਹ ਸੰਵਿਧਾਨ ਸਾਰੇ ਦੇਸ਼ ਦਾ 135 ਕਰੋੜ ਲੋਕਾਂ ਦਾ ਸੰਵਿਧਾਨ ਆ, ਤੁਸੀਂ ਇਹਦੇ ਤੇ ਖਿਲਵਾੜ ਨਾ ਕਰੋ, ਇਹਦੀਆਂ ਅਮੈਂਡਮੈਂਟ ਨਾ ਕਰੋ। ਲੋਕ ਜੇ ਇਸ ਸੰਘਰਸ਼ ਤੇ ਆ ਗਏ ਤਾਂ ਜੇ ਪਹਿਲੋਂ ਕੁਰਬਾਨੀਆਂ ਹੋਈਆਂ ਦੇਸ਼ ਦੀ ਆਜ਼ਾਦੀ ਦੇ ਲਈ, ਤਾਂ ਇਹ ਕਿਸਾਨਾਂ ਨੂੰ ਬਚਾਉਣ ਦੇ ਲਈ, ਮਜ਼ਦੂਰਾਂ ਨੂੰ ਬਚਾਉਣ ਦੇ ਲਈ, ਗਰੀਬਾਂ ਨੂੰ ਬਚਾਉਣ ਦੇ ਲਈ ਅਸੀਂ ਆਪਣੇ ਖੂਨ ਦਾ ਇੱਕ ਇੱਕ ਕਤਰਾ ਕੁਰਬਾਨ ਕਰ ਦਿਆਂਗੇ। ਪਰ BJP ਨੂੰ ਦੇਸ਼ ਦਾ, ਡੈਮੋਕ੍ਰੇਸੀ ਦਾ, ਸੰਵਿਧਾਨ ਕਤਲ ਨਹੀਂ ਹੋਣ ਦੇਵਾਂਗੇ। ਅਸੀਂ ਇਸ ਪ੍ਰਣ ਦੇ ਨਾਲ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਕਿ ਇਹ ਸਾਰੇ ਬਿੱਲਾਂ ਨੂੰ ਜਿਹੜਾ ਆ ਵਾਪਸ ਲਿਆ ਜਾਵੇ।